आप लिहो तुम कथा सुधारी। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਕਰ ਬਰਸਾਰ। ਕੀਨ ਬਿਲੰਬ ਆਨੰਦ ਜੁਤ ਆਪਣੋ ਸਰਬ ਪਰਿਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰੂ ਕੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਮਹਾਰਾਜ ਦੀ ਲੜੀਵਾਰ ਇਤਿਹਾਸ ਦੀ ਕਥਾ ਨਾਲ ਜੁੜ ਜਾਈਏ। ਜਦੋਂ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਖਸ਼ੀ ਹੈ, ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ, ਖੁਸ਼ੀ ਵੀ ਹੋਈ ਹੈ ਅਤੇ ਇਸ ਗੱਲ ਦੀ ਉਦਾਸੀ ਵੀ ਹੋਈ ਹੈ ਕਿ ਗੁਰੂ ਮਹਾਰਾਜ ਹੁਣ ਸਾਡੇ ਤੋਂ ਓਹਲਾ ਕਰ ਜਾਣਗੇ, ਜੋਤੀ ਜੋਤ ਸਮਾ ਜਾਣਗੇ। ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਬੇਅੰਤ ਸੰਗਤਾਂ ਗੁਰਸਿੱਖ ਗੁਰੂ ਕੇ ਪਿਆਰੇ ਦਰਸ਼ਨਾਂ ਲਈ ਆ ਰਹੇ ਨੇ ਅਤੇ ਮਹਾਰਾਜ ਉਹਨਾਂ ਨੂੰ ਗੁਰਮਤਿ ਦਾ ਦਾਨ ਦੇ ਰਹੇ ਨੇ। ਇਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਪ੍ਰਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕਰ ਬਰਸਾਰ। ਗੁਰੂ ਕੇ ਸਿੱਖਾਂ ਨੂੰ ਸ੍ਰੇਸ਼ਟ ਗਿਆਨ ਦਿੱਤਾ ਹੈ। ਕੀਨ ਬਿਲੰਬ ਆਨੰਦ ਜੁਤ। ਮਹਾਰਾਜ ਨੇ ਸਾਰੇ ਪਰਿਵਾਰ ਨੂੰ ਵੀ ਵਰ ਦਿੱਤੇ ਹਨ। ਮਾਤਾ ਸਮਰਵਾਈ ਜੀ ਨੇ ਬੇਨਤੀ ਕੀਤੀ ਸੀ ਕਿ ਮੇਰੇ ਪੁੱਤਰ ਦਾ ਕੀ ਬਣੇਗਾ। ਮਹਾਰਾਜ ਨੇ ਆਖਿਆ ਸੂਰਜ ਮੱਲ ਨੂੰ ਸਿੱਖੀ ਦੀ ਦਾਤ ਮਿਲ ਗਈ ਹੈ, ਇਹਨਾਂ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਮਿਲਣਗੀਆਂ, ਬੜਾ ਇਹਨਾਂ ਦਾ ਪ੍ਰਤਾਪ ਹੋਵੇਗਾ, ਗੁਰੂ ਘਰ ਦੇ ਵਿੱਚ ਬੜਾ ਸਤਿਕਾਰ ਪਾਉਣਗੇ। ਅਤੇ ਸਾਧ ਸੰਗਤ ਜੀ, ਫਿਰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਬਣੇਗਾ। ਮਹਾਰਾਜ ਨੇ ਵਰ ਦਿੱਤਾ ਕਿ ਇਹਦੇ ਸਾਰੇ ਸੰਸਾਰ ਦੇ ਵਿੱਚ ਇਹਦੇ ਵਰਗਾ ਕੋਈ ਮਹਾਂਪੁਰਸ਼ ਨਹੀਂ ਹੋਵੇਗਾ। ਇਹ ਧਰਮ ਦੀ ਰਾਖੀ ਕਰਨ ਵਾਲਾ, ਧਰਮ ਧੁਰੰਤਰ, ਬੜਾ ਪ੍ਰਤਾਪਵਾਨ ਤੇਰਾ ਪੁੱਤਰ ਹੈ। ਇਹਦੇ ਘਰ ਜਿਹੜਾ ਮੇਰਾ ਪੋਤਰਾ ਹੋਵੇਗਾ, ਤੇਰਾ ਪੋਤਰਾ ਹੋਵੇਗਾ, ਉਹ ਵੀ ਬੜਾ ਪ੍ਰਤਾਪੀ ਸੂਰਬੀਰ ਯੋਧਾ ਮਹਾਬਲੀ ਹੋਵੇਗਾ। ਇਹ ਵਰ ਮਹਾਰਾਜ ਜੀ ਨੇ ਦਿੱਤੇ ਹਨ ਅਤੇ ਸਾਰੀਆਂ ਮਾਤਾਵਾਂ ਵੀ ਖੁਸ਼ ਹੋ ਗਈਆਂ ਹਨ। ਆਪਣੋ ਸਰਬ ਪਰਿਵਾਰ। ਆਪਣੇ ਸਾਰੇ ਪਰਿਵਾਰ ਨੂੰ ਜੋ ਕੁਝ ਬਖਸ਼ਿਸ਼ ਕਰਨੀ ਸੀ, ਵਰ ਦੇਣੇ ਸੀ, ਉਹ ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਦਿੱਤੇ ਹਨ। ਚੌਪਈ ਗੁਰ ਤਨ ਤਜਬੇ ਕੋ ਬੜ ਰੋਰਾ। ਹੁਣ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾ ਜਾਣਾ ਹੈ, ਇਸ ਗੱਲ ਦਾ ਬੜਾ ਰੌਲਾ ਪਿਆ ਹੋਇਆ ਹੈ। ਮਿਲ ਮਿਲ ਕਰਹਿ ਬੈਠ ਬਹੁ ਠੋਰਾ। ਗੁਰੂ ਕੇ ਸਿੱਖ ਜਿੱਥੇ ਵੀ ਬੈਠਦੇ ਨੇ ਉੱਥੇ ਹੀ ਉਹ ਚਰਚਾ ਛੇੜ ਲੈਂਦੇ ਨੇ। ਸਾਰਿਆਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਗੁਰੂ ਮਹਾਰਾਜ ਹੁਣ ਸਾਥੋਂ ਓਹਲਾ ਕਰ ਜਾਣਗੇ। ਆਪ ਅਛਤ ਹੀ ਸਭ ਸਮਝਾਏ। ਤੇ ਗੁਰੂ ਸਾਹਿਬ ਜੀ ਨੇ ਆਪਣੇ ਹੁੰਦਿਆਂ ਹੀ ਸਿੱਖਾਂ ਨੂੰ ਸਾਰੀ ਮਰਜ਼ਾਦਾ ਸਮਝਾ ਦਿੱਤੀ ਹੈ। ਸਾਰੀਆਂ ਸੰਗਤਾਂ ਨੂੰ, ਸਾਰੇ ਪ੍ਰੇਮੀਆਂ ਨੂੰ ਸਾਰੀ ਗੱਲ ਆਉਣ ਵਾਲੇ ਸਮੇਂ ਦੀ ਸਮਝਾਈ ਹੈ। ਜਥਾ ਜੋਗ ਪਦ ਕੋ ਗਨ ਪਾਏ। ਜਥਾ ਜੋਗ ਜਿਹੜੀ ਜਿਹੜੀ ਪਦਵੀ ਸੀ ਕਿਸੇ ਨੂੰ ਦੇਣੀ ਸੀ ਦਿੱਤੀ ਹੈ। ਹਿਰਦਾ ਸ਼ਾਂਤ ਬਰ ਲੈ ਕਰ ਹੋਵਾ। ਸਾਰਿਆਂ ਦਾ ਮਨ ਵਰ ਲੈ ਕੇ ਸ਼ਾਂਤ ਹੋ ਗਿਆ। ਮਾਤਾ ਨਾਨਕੀ ਵੀ ਮਨ ਵਿੱਚ ਬੜੀ ਚਿੰਤਾ ਸੀ ਵੀ ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਬਣੇਗਾ। ਉਹਨਾਂ ਨੂੰ ਵੀ ਜਦੋਂ ਗੁਰੂ ਸਾਹਿਬ ਨੇ ਵਰ ਦੇਤਾ ਵੀ ਗੁਰਿਆਈ ਵੀ ਮਿਲੇਗੀ ਅਤੇ ਪ੍ਰਤਾਪ ਹੋਵੇਗਾ, ਪਰ ਕਸ਼ਟ ਵੀ ਨਾਲ ਹੋਣਗੇ। ਇਹ ਬਚਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ। ਮਾਤਾ ਜੀ ਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੋਈ ਵੀ ਮੇਰਾ ਪੁੱਤਰ ਗੁਰਿਆਈ ਗੱਦੀ 'ਤੇ ਬੈਠੇਗਾ। ਇਹ ਵਰ ਗੁਰੂ ਸਾਹਿਬ ਨੇ ਦੇ ਦਿੱਤਾ ਹੈ। ਸਾਰੇ ਪ੍ਰਸੰਨ ਹੋ ਗਏ ਹਨ। ਤਉ ਚਲਨ ਗੁਰ ਕੋ ਢਿਗ ਜੋਵਾ। ਪਰ ਫਿਰ ਵੀ ਗੁਰੂ ਸਾਹਿਬ ਹੁਣ ਸਾਨੂੰ ਵਿਛੋੜਾ ਦੇ ਦੇਣਗੇ, ਇਸ ਗੱਲ ਦਾ ਸਾਰਿਆਂ ਨੂੰ ਦੁੱਖ ਵੀ ਹੈ।
ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ। ਪਰਿਓ ਸਰਬ ਪਰਿਵਾਰ ਖਬਾਰੂ। ਸਾਰੇ ਪਰਿਵਾਰ ਦੇ ਵਿੱਚ ਬੜਾ ਹੀ ਖਵਾਰ ਮਚਿਆ, ਬੜੇ ਭਾਰੀ ਦੁੱਖ ਕਸ਼ਟ ਹੋਇਆ ਸਾਰਿਆਂ ਨੂੰ। ਸੋਚਤ ਸੋਚਨ ਸੰਕਟ ਪਹਾਰੂ। ਕਹਿੰਦੇ ਸਾਰੇ ਸੋਚਾਂ ਸੋਚਦੇ ਨੇ, ਸੰਕਟ ਬੜਾ ਭਾਰੀ ਹੈ ਸਾਰਿਆਂ ਨੂੰ ਵੀ ਗੁਰੂ ਸਾਹਿਬ ਹੁਣ ਸਾਨੂੰ ਵਿਛੋੜਾ ਦੇਣਗੇ। ਕਿਸ ਕੋ ਸੁਧ ਕਿਆ ਹੋਏ ਪਿਛਾਰੀ। ਕੀ ਪਤਾ ਪਿੱਛੇ ਕੀ ਹੋਣਾ, ਗੁਰੂ ਸਾਹਿਬ ਤੋਂ ਬਿਨਾਂ ਸੰਗਤਾਂ ਦਾ ਕੀ ਬਣੇਗਾ, ਪਰਿਵਾਰ ਦਾ ਕੀ ਬਣੇਗਾ, ਕਿੱਦਾਂ ਦੇ ਹਾਲਾਤ ਹੋਣਗੇ, ਇਸ ਗੱਲ ਦੀ ਕਈਆਂ ਨੂੰ ਚਿੰਤਾ ਹੈ। ਹੁਤੇ ਸਮਰੱਥ ਲੇਤ ਸੰਭਾਰੀ। ਸਾਰੇ ਇਹ ਗੱਲ ਕਹਿੰਦੇ ਆ ਵੀ ਮਹਾਰਾਜ ਛੇਵੇਂ ਪਾਤਸ਼ਾਹ ਤਾਂ ਬਹੁਤ ਸਮਰੱਥ ਸਨ, ਸਾਰੀਆਂ ਪਾਵਰਾਂ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ, ਹਰ ਗੱਲ ਨੂੰ ਸੰਭਾਲ ਲੈਂਦੇ ਸਨ। ਕੋਈ ਵੀ ਸਮੱਸਿਆ ਮਹਾਰਾਜ ਬਣ ਨਹੀਂ ਸੀ ਦਿੰਦੇ। ਸੰਗਤਾਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਪ੍ਰੇਮ ਨਾਲ ਰਹਿਣ ਰੱਖਦੇ ਸਨ। ਵੱਡੇ ਵੱਡੇ ਕਾਰਜ ਹੋਏ ਮਹਾਰਾਜ ਨੇ ਸਾਰੇ ਸੰਭਾਲ ਲਏ, ਜੰਗਾਂ ਯੁੱਧਾਂ ਨੂੰ ਵੀ ਸਾਂਭ ਲਿਆ। ਮਹਾਰਾਜ ਛੇਵੇਂ ਪਾਤਸ਼ਾਹ ਤਾਂ ਸਮਰੱਥ ਸਨ। ਅਲਪ ਬੈਸ ਮਹਿ ਤਖਤ ਬਿਠਾਇਓ। ਤੇ ਸ੍ਰੀ ਹਰਿ ਰਾਏ ਜੀ ਦੀ ਤੇ ਉਮਰ ਛੋਟੀ ਹੈ, 14 ਸਾਲਾਂ ਦੇ ਨੇ। 14 ਸਾਲ ਦੀ ਉਮਰ 'ਚ ਸ੍ਰੀ ਹਰਿ ਰਾਏ ਜੀ ਨੂੰ ਗੁਰਤਾ ਗੱਦੀ ਦੇ ਤਖਤ ਤੇ ਗੁਰੂ ਸਾਹਿਬ ਨੇ ਬਿਠਾ ਦਿੱਤਾ ਹੈ। ਅਪਰ ਨਹੀਂ ਕਉ ਵਡਿਆਇਓ। ਹੋਰ ਕਿਸੇ ਪੁੱਤਰ ਨੂੰ ਵਡਿਆਈ ਨਹੀਂ ਦਿੱਤੀ, ਸੂਰਜਮਲ ਨੂੰ ਜਾਂ ਤੇਗ ਬਹਾਦਰ ਨੂੰ। ਹੋਰ ਕਿਸੇ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਵੱਡਾ ਪੋਤਰਾ ਧੀਰਮਲ ਸੀ, ਉਹਨੂੰ ਵੀ ਮਹਾਰਾਜ ਨੇ ਅੰਗੀਕਾਰ ਨਹੀਂ ਕੀਤਾ। ਛੋਟਿਆਂ ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਗੁਰਿਆਈ ਗੱਦੀ ਦਿੱਤੀ ਹੈ, ਜਿਨ੍ਹਾਂ ਦੀ ਉਮਰ ਹੀ ਅਜੇ ਬੜੀ ਛੋਟੀ ਹੈ। ਸ਼ਾਹੋ ਸੰਗ ਨਹਿ ਮੇਲ ਬਿਖੇਰਾ। ਬਾਦਸ਼ਾਹ ਦੇ ਨਾਲ ਮੇਲ ਕੋਈ ਨਹੀਂ, ਸਰਕਾਰ ਦੇ ਨਾਲ ਵਿਗੜੀ ਹੋਈ ਹੈ। 4 ਵਾਰੀ ਬਾਦਸ਼ਾਹ ਸ਼ਾਹਜਹਾਨ ਨਾਲ ਗੁਰੂ ਸਾਹਿਬ ਦੇ ਜੰਗ ਯੁੱਧ ਹੋ ਚੁੱਕੇ ਹਨ। ਸੋ ਪਰਸ਼ਾਰਥ ਕਰਹਿ ਬਡੇਰਾ। ਸੋ ਪੁਰਸ਼ਾਰਥ ਕਰੈ ਵਡੇਰਾ। ਉਹ ਬਾਦਸ਼ਾਹ ਜਿਹੜਾ ਹੈ ਵਿਰੋਧ ਕਰੇ, ਹੋ ਸਕਦਾ ਹੈ ਕੋਈ ਜੰਗ ਛੇੜ ਲਵੇ, ਜੇ ਕੋਈ ਉਦਮ ਕਰਕੇ ਹਮਲਾ ਕਰ ਦੇਵੇ ਫਿਰ ਕੀ ਹੋਵੇਗਾ। ਇਤਿਆਦਿਕ ਬਹੁ ਰਹੇ ਵਿਚਾਰ। ਇੱਦਾਂ ਸਿੱਖ ਬੜੀਆਂ ਵਿਚਾਰਾਂ ਕਰਦੇ ਰਹਿੰਦੇ ਆ, ਭਵਿੱਖ ਬਾਰੇ ਸੋਚਦੇ ਰਹਿੰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਕੌਣ ਸੰਭਾਲੇਗਾ। ਏਡੀ ਵੱਡੀ ਜ਼ਿੰਮੇਵਾਰੀ ਹੈ ਗੁਰੂ ਘਰ ਦੀ। ਸਤਿਗੁਰਾਂ ਦੀ 7ਵੇਂ ਪਾਤਸ਼ਾਹ ਜੀ ਦੀ ਉਮਰ ਛੋਟੀ ਹੈ। ਮਹਾਰਾਜ 6ਵੇਂ ਪਾਤਸ਼ਾਹ ਤਾਂ ਸਾਰੀ ਗੱਲ ਸਾਂਭ ਲੈਂਦੇ ਸਨ, ਸਮਰੱਥ ਸਨ। ਮਹਾਰਾਜ 7ਵੇਂ ਪਾਤਸ਼ਾਹ ਜੀ ਕਿਸ ਤਰ੍ਹਾਂ ਸੰਭਾਲਣਗੇ। ਕਈ ਸਿੱਖ ਇਸ ਗੱਲ ਤੇ ਵਿਚਾਰ ਚਰਚਾ ਕਰਨ ਲੱਗ ਜਾਂਦੇ ਹਨ। ਨਿਜ ਨਿਜ ਤਕ ਹੈ ਅਲੰਬ ਉਦਾਰ। ਸਾਡਾ ਆਸਰਾ ਕੌਣ ਬਣੇਗਾ, ਸਾਡਾ ਸਹਾਰਾ ਕੌਣ ਬਣੇਗਾ, ਇਸ ਤਰ੍ਹਾਂ ਦੀ ਸੋਚ ਵੀ ਸੋਚਦੇ ਹਨ। ਇੱਕ ਦਿਨ ਨਰ ਸਰੂਪ ਧਰ ਆਏ। ਇੱਕ ਦਿਨ ਦੀ ਗੱਲ ਹੈ, ਬੰਧਨ ਗੀਰਬਾਨ ਸਮੁਦਾਏ। ਸਾਰੇ ਦੇਵਤੇ ਗੁਪਤ ਰੂਪ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਪਣਾ ਸਰੂਪ ਬਦਲ ਕੇ ਭਾਵ ਮਨੁੱਖੀ ਜਾਮੇ ਵਿੱਚ ਮਹਾਰਾਜ ਦੇ ਦਰਸ਼ਨਾਂ ਲਈ ਆਏ ਹਨ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ। ਕਿਉਂਕਿ ਗੁਰੂ ਸਾਹਿਬ ਦੀ ਪਦਵੀ ਸਾਰੇ ਦੇਵਤਿਆਂ ਨਾਲੋਂ ਵੱਡੀ ਹੈ। ਦੇਵਾਨ ਦੇਵ, ਦੇਵਤਿਆਂ ਦੇ ਦੇਵਤੇ ਗੁਰੂ ਹਨ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਮਹਾਰਾਜ ਦੇ ਚਰਨਾਂ 'ਚ ਸਾਰੇ ਦੇਵਤੇ ਹਾਜ਼ਰ ਹੋਏ ਹਨ। ਅਗਨ ਪਰੋਗਮ ਸਰਪਤ ਆਦ। ਅਗਨੀ ਦੇਵਤਾ ਆਇਆ ਹੈ, ਇੰਦਰ ਦੇਵਤਾ ਆਇਆ ਹੈ, ਵਾਯੂ ਦੇਵਤਾ, ਸਾਰੇ ਦੇਵਤੇ ਆਏ ਹਨ। ਦਰਸ਼ਨ ਦੇਖ ਭਏ ਅਹਿਲਾਦ। ਵੱਡੇ ਵੱਡੇ ਦੇਵਤਿਆਂ ਨੇ ਆ ਕੇ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ। ਪਦ ਅਰਬਿੰਦ ਬੰਦਨਾ ਤਹਾਰੀ। ਇੰਦਰ ਦੇਵਤਾ ਨੇ, ਵਰਣ ਦੇਵਤਾ ਨੇ, ਅਗਨੀ ਦੇਵਤਾ ਨੇ, ਜਿੰਨੇ ਵੀ 33 ਕਰੋੜ ਦੇਵੀ ਦੇਵਤੇ ਹਨ, ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਹੈ। ਕਈ ਲੋਕ ਹੁਣ ਸਾਧ ਸੰਗਤ ਜੀ ਇਸ ਗੱਲ ਨੂੰ ਫਿਜ਼ੀਕਲ ਤੌਰ 'ਤੇ ਲੱਭਣਗੇ ਵੀ ਦੇਵਤੇ ਕਿੱਥੇ ਰਹਿੰਦੇ ਹੈ, ਦੇਵਤੇ ਕਿਵੇਂ ਆ ਗਏ, ਦੇਵਤਿਆਂ ਨੇ ਕਿਵੇਂ ਮੱਥਾ ਟੇਕਤਾ। ਉਹ ਵਿਚਾਰਿਆਂ ਦੀ ਸੋਝੀ ਇੰਨੀ ਹੈ, ਗੱਲ ਸਮਝ ਨਹੀਂ ਸਕਦੇ। ਵਾਸਤਵ ਵਿੱਚ ਦੇਵਤੇ ਕੋਈ ਸਾਡੇ ਵਰਗੇ ਸਰੀਰਧਾਰੀ ਜੀਵ ਨਹੀਂ ਹਨ। ਦੇਵਤੇ ਮਹੀਨ ਸ਼ਕਤੀਆਂ, ਪਾਵਰਾਂ,
ਜਿਵੇਂ ਅਗਨੀ ਦੇਵਤਾ ਹੈ, ਪਾਣੀ ਦੇਵਤਾ ਹੈ, ਅੰਨ ਦੇਵਤਾ ਹੈ। ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਨਹੀਂ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਤਾ ਹੋਵਾ ਪਾਕ ਪਵਿੱਤ। ਇਹ ਸਾਰੀਆਂ ਸ਼ਕਤੀਆਂ ਹਨ, ਗੁਰੂ ਦੇ ਅੱਗੇ ਝੁਕ ਜਾਂਦੀਆਂ ਹਨ। ਸੋ ਦੇਵਤਿਆਂ ਨੇ ਆ ਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੂੰ। ਇੰਦਰ ਦੇਵਤਾ ਨੇ ਗੁਰੂ ਇਕਾਕੀ ਸੰਗ ਉਚਾਰੀ। ਗੁਰੂ ਸਾਹਿਬ ਇਕੱਲੇ ਬੈਠੇ ਸਨ ਤੇ ਗੁਰੂ ਸਾਹਿਬ ਨੂੰ ਦੇਵਤਿਆਂ ਨੇ ਬੇਨਤੀ ਕੀਤੀ ਹੈ, ਹੇ ਪ੍ਰਭ ਜਗ ਕੇ ਕਾਜ ਸੁਧਾਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੇ ਜਗਤ ਦੇ ਜਿੰਨੇ ਵੀ ਕੰਮ ਸਨ ਉਹ ਸੁਧਾਰ ਦਿੱਤੇ ਹਨ। ਸ੍ਰਿਸ਼ਟੀ ਦਾ ਸਿਸਟਮ ਵਿਗੜਿਆ ਹੋਇਆ ਸੀ, ਆਪ ਜੀ ਨੇ ਭੁੱਲੇ ਭਟਕੇ ਜੀਵਾਂ ਨੂੰ ਰਾਹ ਪਾ ਦਿੱਤਾ ਹੈ। ਸੰਤ ਉਬਾਰ ਦੁਸ਼ਟ ਗਨ ਮਾਰੇ। ਆਪ ਜੀ ਨੇ ਸੰਤਾਂ ਦੀ ਰੱਖਿਆ ਕੀਤੀ ਹੈ, ਸੰਤਾਂ ਨੂੰ ਉਬਾਰਿਆ ਹੈ। ਰਾਖਸ਼ਾਂ, ਦੁਸ਼ਟਾਂ, ਪਾਪੀਆਂ, ਜ਼ਾਲਮਾਂ ਨੂੰ ਸੋਧੇ ਲਾਏ ਹਨ। ਚੰਦੂ ਵਰਗੇ ਦੁਸ਼ਟਾਂ ਨੂੰ ਸੋਧਿਆ ਹੈ ਔਰ ਸੰਤਾਂ ਦੀ ਰੱਖਿਆ ਕੀਤੀ ਹੈ। ਮਹਾਪ੍ਰਤਾਪ ਸਹਿਤ ਰਣ ਕਹਾਲੇ। ਆਪ ਜੀ ਮਹਾਪ੍ਰਤਾਪੀ ਸੂਰਬੀਰ ਯੋਧੇ ਅਵਤਾਰ ਪਰਮੇਸ਼ਰ ਦੇ ਹੋਏ ਹੋ, ਜਿਨ੍ਹਾਂ ਨੇ ਬੜੇ ਭਾਰੀ ਵੱਡੇ ਕਮਸਾਨ ਦੇ ਯੁੱਧ ਕੀਤੇ ਹਨ। ਸਤਿਗੁਰੂ ਜੀ, ਮਨਮੁਖ ਦੁਖ ਲਹਿ ਸਿੱਖ ਸੁਖਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਰਾਜ ਵਿੱਚ ਗੁਰੂ ਦੇ ਸਿੱਖ ਸੁਖੀ ਰਹੇ ਹਨ। ਤੁਹਾਡੇ ਰਾਜ ਵਿੱਚ ਮਨਮੁਖਾਂ ਨੂੰ ਦੁੱਖ ਮਿਲਿਆ ਹੈ, ਦੁਸ਼ਟਾਂ ਨੂੰ, ਪਾਪੀਆਂ ਨੂੰ ਸਜ਼ਾਵਾਂ ਮਿਲੀਆਂ ਨੇ। ਚੰਦੂ ਵਰਗਿਆਂ ਨੂੰ, ਲਲਾ ਬੇਗ, ਕੰਬਰ ਬੇਗ ਵਰਗਿਆਂ ਨੂੰ, ਧਰਮ ਦੋਖੀਆਂ ਨੂੰ ਆਪ ਨੇ ਤੇਗ ਦੇ ਘਾਟ ਉਤਾਰਿਆ ਹੈ, ਮੌਤ ਦੇ ਘਾਟ ਉਤਾਰਿਆ ਹੈ। ਤੇ ਸਾਧੂ ਸੰਤਾਂ, ਮਹਾਂਪੁਰਸ਼ਾਂ, ਭਗਤਾਂ, ਸੰਤਾਂ ਦੀ ਰੱਖਿਆ ਕੀਤੀ ਹੈ। ਅਬਹਿ ਸੁਰਨ ਕੋ ਦੇਹੋ ਆਨੰਦ। ਹੁਣ ਮਹਾਰਾਜ ਕਿਰਪਾ ਕਰੋ, ਦੇਵਲੋਕ ਵਿੱਚ ਵੀ ਚਰਨ ਪਾਓ, ਦੇਵਤਿਆਂ ਨੂੰ ਵੀ ਦਰਸ਼ਨ ਦਿਓ, ਉਹ ਸਾਨੂੰ ਵੀ ਖੁਸ਼ੀਆਂ ਬਖਸ਼ੋ, ਆਨੰਦ ਬਖਸ਼ੋ। ਚਲੋ ਆਪਣੀ ਪੁਰੀ ਮੁਕੰਦ। ਇਹ ਮੁਕਤੀ ਦਾਤੇ ਸਤਿਗੁਰੂ ਜੀ, ਆਪਣੀ ਪੁਰੀ ਜੋ ਗੁਰੂ ਨਾਨਕ ਦੇਵ ਜੀ ਦਾ ਧਾਮ ਹੈ, ਬੈਕੁੰਠ ਧਾਮ, ਸੱਚਖੰਡ, ਉੱਥੇ ਚੱਲ ਕੇ ਨਿਵਾਸ ਕਰੀਏ। ਸ਼੍ਰੀ ਹਰਿਗੋਬਿੰਦ ਤਬ ਹੈ ਉਚਾਰਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੇਵਤਿਆਂ ਦੀ ਬੇਨਤੀ ਸੁਣ ਕੇ ਬਚਨ ਕੀਤਾ ਹੈ। ਹਮ ਕੀਨੋ ਹੈ ਪੂਰਬ ਤਿਆਰਾ। ਮਹਾਰਾਜ ਕਹਿੰਦੇ ਇੰਦਰ ਆਦਿਕ ਦੇਵਤਿਆਂ ਦੀ ਬੇਨਤੀ ਸੁਣ ਕੇ ਬ੍ਰਹਮਾ, ਵਿਸ਼ਨੂੰ, ਸਾਰੇ ਦੇਵਤੇ ਆਏ ਸਨ। ਸਾਰਿਆਂ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਤਾਂ ਪਹਿਲਾਂ ਹੀ ਤਿਆਰੇ ਕੀਤੇ ਹੋਏ ਨੇ, ਅਸੀਂ ਤਾਂ ਕਮਰ ਕੱਸੇ ਕੀਤੇ ਹੋਏ ਨੇ, ਆਪਣੇ ਧਾਮ ਸੱਚਖੰਡ ਜਾਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਅਬ ਪਰ ਲੋਕ ਗਮਨ ਬਨ ਆਇਓ। ਹੁਣ ਪਰਲੋਕ ਵਿੱਚ ਜਾਣਾ ਬਣਦਾ ਹੈ। ਜਿਹੜੇ ਕਾਰਜ ਅਸੀਂ ਕਰਨੇ ਸੀ ਉਹ ਸੰਸਾਰ ਤੇ ਆ ਕੇ ਕਰ ਲਏ ਹਨ। ਹੁਣ ਸਾਨੂੰ ਆਪਣੇ ਦੇਸ਼ ਸੱਚਖੰਡ ਜਾਣ ਦੀ ਇੱਛਾ ਹੈ। ਗਾਦੀ ਸ਼੍ਰੀ ਹਰਿ ਰਾਏ ਬਿਠਾਇਓ। ਐ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਤੇ ਅਸੀਂ 38 ਸਾਲ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ। ਹੁਣ ਅਸੀਂ ਇਹ ਗੁਰਤਾ ਗੱਦੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੌਂਪ ਦਿੱਤੀ ਹੈ। ਕਾਰਜ ਅਪਰ ਸਰਬ ਕਰ ਲੀਨੇ। ਹੋਰ ਜਿਹੜੇ ਕਾਰਜ ਸਨ, ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸਨ, ਉਹ ਅਸੀਂ ਪੂਰੀਆਂ ਕਰ ਲਈਆਂ ਹਨ। ਆਨ ਅਭੈ ਤੁਮ ਦਰਸ਼ਨ ਦੀਨੇ। ਤੇ ਆ ਕੇ ਤੁਸੀਂ ਸਾਨੂੰ ਦਰਸ਼ਨ ਦਿੱਤੇ ਨੇ। ਜੀ ਆਇਆਂ ਨੂੰ। ਭਾਈ ਤੁਹਾਡਾ ਆਉਣਾ ਸਾਨੂੰ ਸੱਦਾ ਦੇਣ ਵਾਸਤੇ ਸਾਨੂੰ ਪ੍ਰਵਾਨ ਹੈ। ਅਤ ਸੁੰਦਰ ਆਗਵਨ ਤੁਮਾਰਾ। ਤੁਹਾਡਾ ਆਉਣਾ ਬੜਾ ਸ਼ੁਭ ਹੈ। ਦੈਬੋ ਬਰ ਸਚ ਸਰਾਪ ਉਦਾਰਾ। ਔਰ ਜੋ ਵੀ ਬਚਨ ਹੁੰਦੇ ਨੇ ਤੁਹਾਡੀ ਰਸਨਾ ਤੋਂ, ਉਹ ਵੀ ਪੂਰੇ ਹੁੰਦੇ। ਜੇ ਵਰ ਦੇ ਦਿਓ ਤੇ ਵਰ ਪੂਰਾ ਹੁੰਦਾ ਹੈ, ਜੇ ਸਰਾਪ ਦੇ ਦਿਓ ਤੇ ਉਹ ਵੀ ਪੂਰਾ ਹੁੰਦਾ ਹੈ। ਸਫਲ ਸੁਪਾਵਨ ਦਰਸ ਬਿਸਾਲੇ। ਔਰ ਦਰਸ਼ਨ ਵੀ ਸਫਲ ਹਨ। ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹਨਾਂ ਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਕਰਤ ਜਗਤ ਸਭ ਕੀ ਪ੍ਰਤਿਪਾਲੇ। ਸਾਰੇ ਜਗਤ ਦੀ ਪਾਲਣਾ ਕਰਨ ਵਾਲੇ ਹੋ। ਆਸ਼ਰਿਤ ਸਕਲ ਤੁਮਾਰੇ ਅਹੈ। ਸਾਰੀ ਦੁਨੀਆ ਤੁਹਾਡੇ ਆਸਰੇ ਤੇ ਹੈ। ਸੇਵਤ ਜੋ ਸੁਕਾਮ ਨਾ ਲਹੈ। ਜਿਹੜਾ ਕੋਈ ਸੇਵਾ ਕਰਦਾ, ਜਿਹੜੀ ਜਿਹੜੀ ਭਾਵਨਾ ਨਾਲ
ਉਹਦੀ ਉਹ ਭਾਵਨਾ ਪੂਰੀ ਕਰਦੇ ਹੋ। ਸੁਨ ਸੁਰ ਗਨ ਆਪਣੀ ਵਡਿਆਈ, ਜਦੋਂ ਇਸ ਤਰ੍ਹਾਂ ਮਹਾਰਾਜ ਨੇ ਦੇਵਤਿਆਂ ਦੀ ਵਡਿਆਈ ਕੀਤੀ ਤਾਂ ਦੇਵਤਿਆਂ ਨੇ ਆਪਣੀ ਵਡਿਆਈ ਸੁਣ ਕੇ ਕਹਿਓ ਮਰਜ਼ਾਦਾ ਰਖੋ ਗਸਾਈ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਜੀ, ਤੁਸੀਂ ਮਰਜ਼ਾਦਾ ਪੁਰਸ਼ੋਤਮ ਹੋ, ਤੁਸੀਂ ਮਰਜ਼ਾਦਾ ਨੂੰ ਕਾਇਮ ਰੱਖਦੇ ਹੋ। ਵੈਸੇ ਮਹਾਰਾਜ ਤੁਹਾਡੇ ਸਾਹਮਣੇ ਸਾਡੀ ਕੋਈ ਔਕਾਤ ਨਹੀਂ ਹੈ, ਕਿਉਂਕਿ ਸਾਡੀਆਂ ਪਾਵਰਾਂ ਸੀਮਤ ਹਨ। ਅਗਨੀ ਦੇਵਤੇ ਦਾ ਕੰਮ ਸਿਰਫ ਸੇਕ ਦੇਣ ਦਾ ਹੈ ਜਾਂ ਲਾਟਾਂ ਦਿਸਦੀਆਂ ਹਨ, ਪਰ ਅੱਗ ਕਿਸੇ ਦਾ ਇਸ਼ਨਾਨ ਨਹੀਂ ਕਰਾ ਸਕਦੀ, ਠੰਡਾ ਨਹੀਂ ਕਰ ਸਕਦੀ। ਪਾਣੀ ਠੰਡਾ ਕਰ ਸਕਦਾ ਹੈ, ਪਰ ਕਿਸੇ ਦੀ ਰੋਟੀ ਨਹੀਂ ਪਕਾ ਸਕਦਾ ਚੁੱਲ੍ਹੇ ਦੇ ਉੱਤੇ। ਇਹ ਆਪਣੀ ਆਪਣੀ ਡਿਊਟੀ ਦੇਵਤੇ ਕਰਦੇ ਹਨ, ਪਰ ਮਹਾਰਾਜ ਸਾਰਾ ਕੁਝ ਹੀ ਕਰ ਸਕਦੇ ਆ। ਇਸ ਕਰਕੇ ਗੁਰੂ ਸਾਹਿਬ ਸਭ ਤੋਂ ਵੱਡੇ ਹਨ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸੁਦੇਵਸ ਜੇ ਕੋਈ ਜਾਣੈ ਭੇਉ। ਜੇ ਕਿਸੇ ਕਰੋੜਾਂ ਵਿੱਚੋਂ ਬਿਰਲੇ ਬੰਦੇ ਨੂੰ ਇਸ ਗੱਲ ਦਾ ਭੇਦ ਆ ਜਾਵੇ, ਉਹਦਾ ਸ਼ੰਕਾ ਨਿਰਵਿਰਤ ਹੋ ਜਾਵੇ, ਉਹਨੂੰ ਪਤਾ ਲੱਗੇਗਾ ਵੀ ਕਿਹੜਾ ਵੱਡਾ ਦੇਵਤਾ ਹੈ। ਨਹੀਂ ਤਾਂ ਸਾਧ ਸੰਗਤ ਜੀ, ਦੇਵਤਿਆਂ ਦੇ ਮੰਨਣ ਵਾਲੇ ਵੀ ਆਪਸ 'ਚ ਲੜਦੇ ਹੀ ਦੇਖੇ ਹਨ। ਜਿਹੜੇ ਕਹਿੰਦੇ ਅਸੀਂ ਦੇਵੀ ਦੇਵਤਿਆਂ ਨੂੰ ਮੰਨਣਾ ਹੈ, ਉਹਨਾਂ ਨੂੰ ਕਦੀ ਤੁਸੀਂ ਕੋਲੋਂ ਬਹਿ ਕੇ ਦੇਖੋ, ਜਿਹੜੇ ਗਣੇਸ਼ ਜੀ ਦੀ ਪੂਜਾ ਕਰਦੇ ਹਨੂੰਮਾਨ ਨੂੰ ਨਹੀਂ ਮੰਨਦੇ। ਜਿਹੜੇ ਹਨੂੰਮਾਨ ਨੂੰ ਮੰਨਦੇ ਆ ਉਹ ਸ਼ਿਵ ਜੀ ਨੂੰ ਨਹੀਂ ਮੰਨਦੇ। ਜਿਹੜੇ ਸ਼ਿਵ ਜੀ ਭਗਵਾਨ ਦੀ ਪੂਜਾ ਕਰਦੇ ਹੈ ਉਹ ਇੰਦਰ ਨੂੰ ਚੰਗਾ ਨਹੀਂ ਸਮਝਦੇ। ਜਿਹੜੇ ਇੰਦਰ ਨੂੰ ਮੰਨਦੇ ਹੈ ਉਹ ਵਰਣ ਦੇਵਤਾ ਦੇ ਪੁਜਾਰੀ ਨਹੀਂ ਹਨ। ਯਾਨੀ ਆਪਣਾ ਆਪਣਾ ਇਸ਼ਟ ਬਣਾ ਕੇ ਇੱਕ ਦੂਜੀ ਦੇ ਖਿਲਾਫ ਬੋਲੀ ਜਾਂਦੇ ਹਨ, ਇੱਕ ਦੂਜੀ ਦੀ ਘਾਟ ਕਰਦੇ ਹਨ। ਭਗਵਾਨ ਵਿਸ਼ਨੂੰ ਜੀ ਦਾ ਹੀ ਅਵਤਾਰ ਕ੍ਰਿਸ਼ਨ ਜੀ ਹਨ, ਅਤੇ ਵਿਸ਼ਨੂੰ ਜੀ ਦਾ ਹੀ ਅਵਤਾਰ ਰਾਮਚੰਦਰ ਜੀ ਹਨ। ਸ਼੍ਰੀ ਰਾਮਚੰਦਰ ਜੀ ਨੂੰ ਮੰਨਣ ਵਾਲੇ ਕ੍ਰਿਸ਼ਨ ਭਗਵਾਨ ਦੇ ਮੰਦਰ ਨਹੀਂ ਜਾਂਦੇ ਛੇਤੀ ਕੀਤਿਆਂ। ਜਦੋਂ ਤੁਲਸੀਦਾਸ ਜੀ ਕ੍ਰਿਸ਼ਨ ਭਗਵਾਨ ਦੇ ਮੰਦਰ ਦਵਾਰਕਾ ਗਏ, ਮੱਥਾ ਨਹੀਂ ਟੇਕਿਆ। ਨਾਲ ਦੇ ਸੇਵਾਦਾਰਾਂ ਨੇ ਆਖਿਆ ਭਗਵਾਨ ਦਾ ਮੰਦਰ ਆ ਗਿਆ, ਮੱਥਾ ਟੇਕ ਲਓ। ਤੁਲਸੀਦਾਸ ਕਹਿੰਦੇ ਸੀ, ਮੋਰ ਮੁਕਟ ਘਟ ਕਾਸ਼ਨੀ ਕੈਸੇ ਬਣੇ ਹੋ ਨਾਥ। ਸਿਰ 'ਤੇ ਮੋਰਾਂ ਦਾ ਖੰਭ ਲੱਗਾ ਹੋਇਆ, ਬੰਸਰੀ ਫੜੀ ਹੋਈ ਹੈ, ਅਤੇ ਤੁਲਸੀ ਮਾਥਾ ਤੋ ਨਿਵੈ ਧਨੁਸ਼ ਬਾਣ ਹੋਏ ਹਾਥ। ਮੈਂ ਤਾਂ ਮੱਥਾ ਟੇਕਾਂਗਾ ਜੇ ਇੱਕ ਪਾਸੇ ਸੀਤਾ, ਇੱਕ ਪਾਸੇ ਲਛਮਣ, ਅਤੇ ਧਨੁਸ਼ ਬਾਣ ਮੋਢੇ 'ਤੇ ਹੋਵੇਗਾ। ਰਾਮ ਰੂਪ ਵਿੱਚ ਤਾਂ ਮੈਂ ਮੰਨਦਾ ਹਾਂ, ਕ੍ਰਿਸ਼ਨ ਰੂਪ 'ਚ ਮੈਂ ਨਹੀਂ ਮੰਨਦਾ। ਯਾਨੀ ਸਾਧ ਸੰਗਤ ਜੀ, ਇੱਕੋ ਦੇਵਤਾ ਦੇ ਦੋ ਅਵਤਾਰ ਹਨ, ਵਿਸ਼ਨੂੰ ਭਗਵਾਨ ਦੇ, ਰਾਮਚੰਦਰ ਜੀ ਵੀ ਅਤੇ ਕ੍ਰਿਸ਼ਨ ਜੀ ਵੀ, ਪਰ ਫਿਰ ਵੀ ਉਹਨਾਂ ਦੇ ਪੁਜਾਰੀਆਂ ਵਿੱਚ ਆਪਸੀ ਫਰਕ ਹੈ। ਸੱਚ ਪੁੱਛੋ ਤਾਂ ਪਰਮਾਤਮਾ ਦੇ ਜਿੰਨੇ ਵੀ ਰੂਪ ਹਨ ਉਹਨਾਂ ਵਿੱਚ ਆਪਸੀ ਕੋਈ ਝਗੜਾ ਨਹੀਂ। ਪੁਜਾਰੀਆਂ ਦਾ ਝਗੜਾ ਮੁੱਕਦਾ ਹੀ ਕੋਈ ਨਹੀਂ। ਕਿਸੇ ਵੀ ਧਰਮ ਨੂੰ ਮੰਨਣ ਵਾਲੇ ਪੁਜਾਰੀ, ਭਾਵੇਂ ਉਹ ਗ੍ਰੰਥੀ ਹਨ, ਭਾਵੇਂ ਉਹ ਪੰਡਤ ਹਨ, ਭਾਵੇਂ ਉਹ ਮੌਲਵੀ ਹਨ, ਭਾਵੇਂ ਉਹ ਪਾਦਰੀ ਹਨ, ਜਾਂ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨੂੰ, ਵੱਖਰੀਆਂ ਵੱਖਰੀਆਂ ਵਿਚਾਰਧਾਰਾ ਨੂੰ ਮੰਨਣ ਵਾਲੇ ਸ਼ਰਧਾਲੂ ਹਨ, ਉਹ ਆਪਸ ਵਿੱਚ ਲੜਦੇ ਹਨ। ਸਾਡਾ ਦੇਵਤਾ ਵੱਡਾ, ਮੁਸਲਮਾਨ ਕਹਿੰਦੇ ਸਾਡਾ ਅੱਲਾ ਵੱਡਾ, ਹਿੰਦੂ ਕਹਿੰਦੇ ਸਾਡਾ ਰਾਮ ਵੱਡਾ। ਹਾਲਾਂਕਿ ਜੇ ਕੋਈ ਤਤਵੇਤੇ ਮਹਾਂਪੁਰਸ਼ ਬ੍ਰਹਮ ਗਿਆਨੀ ਨੂੰ ਪੁੱਛੋ, ਪਤਾ ਲੱਗਣਾ ਵੀ ਇੱਕੋ ਹੀ ਹੈ। ਇੱਕੋ ਹੀ ਹੈ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ, ਜਿਹਦਾ ਕੋਈ ਚੱਕਰ ਚੇਨ ਰੂਪ ਰੰਗ ਜਾਤ ਪਾਤ ਹੈ ਨਹੀਂ। ਉਹਨੂੰ ਕੋਈ ਕਹਿ ਰਿਹਾ ਰਾਮ ਰਾਮ, ਕੋਈ ਕਹਿ ਰਿਹਾ ਖੁਦਾ ਖੁਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆ, ਕੋਈ ਅਲਾਹੇ। ਅਤੇ ਉਹ ਜਿਹੜੇ ਸਾਡੇ ਵਰਗੇ ਨੇ ਡਾਂਗੋ ਡਾਂਗੀ ਹੁੰਦੇ, ਛਿੱਤਰ ਪੌਲਾ ਇੱਕ ਦੂਜੀ ਦੇ ਮਾਰਦੇ ਆ ਵੀ ਤੂੰ ਕਿਉਂ ਵੱਡਾ ਬਣ ਗਿਆ, ਤੇਰਾ ਰਾਮ ਛੋਟਾ ਹੈ, ਮੇਰਾ ਰਾਮ ਵੱਡਾ, ਤੇਰਾ ਅੱਲਾ ਵੱਡਾ ਛੋਟਾ, ਮੇਰਾ ਵੱਡਾ। ਇੱਦਾਂ ਸਾਧ ਸੰਗਤ ਜੀ ਇਹ ਵਿਵਾਦ ਵਿੱਚ ਪਏ ਹੋਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਬਾਣੀ 'ਚ ਲਿਖਦੇ ਹਨ, ਇਹ ਦੋ ਮੋਹ ਬਾਦ ਮੋਹ ਪਚੇ,
ਤਿੰਨ ਤੇ ਨਾਥ ਨਿਰਾਲੇ ਬਚੇ। ਇਹ ਹਿੰਦੂ ਮੁਸਲਮਾਨ ਤੇ ਮੋਹਬਾਦ ਵਿੱਚ, ਹੰਕਾਰ ਵਿੱਚ ਲੜ ਰਹੇ ਨੇ। ਵਾਹਿਗੁਰੂ ਇਹਨਾਂ ਤੋਂ ਵੱਖਰਾ ਬੈਠਾ, ਅਕਾਲ ਪੁਰਖ ਨਿਰੰਕਾਰ ਉਹ ਇਹਨਾਂ ਦੋਵਾਂ ਤੋਂ ਦੂਰ ਬੈਠਾ ਹੈ। ਫਿਰ ਸਾਹਿਬ ਜੀ ਬਾਣੀ 'ਚ ਲਿਖਦੇ ਹਨ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ, ਜਾਤੇ ਛੂਟ ਗਿਓ ਭਰਮ ਉਰਕਾ, ਤੇ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਮਨ ਦਾ ਭਰਮ ਮਿਟ ਗਿਆ, ਜਿਹਦੇ ਮਨ ਦਾ ਸ਼ੰਕਾ ਮਿਟ ਗਿਆ, ਉਸ ਬੰਦੇ ਨੂੰ ਹਿੰਦੂ ਤੇ ਮੁਸਲਮਾਨ ਦਾ ਫਰਕ ਨਹੀਂ ਰਹਿੰਦਾ। ਭਾਈ ਕਨ੍ਹਈਆ ਜੀ ਦੀ ਤਰ੍ਹਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਦੇਖਦਾ ਹੈ। ਸੋ ਖਾਲਸਾ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਦੇਵਤੇ ਆਏ ਹਨ ਤੇ ਮੱਥਾ ਟੇਕ ਕੇ ਕਹਿੰਦੇ, ਮਹਾਰਾਜ ਆਪ ਜੀ ਨੇ ਮਰਿਆਦਾ ਕਾਇਮ ਕਰ ਦਿੱਤੀ ਸੰਸਾਰ ਦੇ ਵਿੱਚ। ਦਈ ਆਪ ਕੀ ਬਹੁ ਉਚਤਾਈ, ਆਪ ਜੀ ਨੇ ਸਾਨੂੰ ਬਹੁਤ ਵਡਿਆਈ ਦਿੱਤੀ ਹੋਈ ਹੈ। ਕਿਸੇ ਨੂੰ ਇੰਦਰ ਬਣਾਇਆ, ਕਿਸੇ ਨੂੰ ਅਗਨੀ, ਕਿਸੇ ਨੂੰ ਜਲ, ਕਿਸੇ ਨੂੰ ਹਵਾ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਸਾਰੇ ਦੇਵਤੇ 33 ਕਰੋੜ ਬਣਾਏ ਨੇ। ਆਪਣੀ ਆਪਣੀ ਪੋਜੀਸ਼ਨ 'ਤੇ ਸਾਰੇ ਸਤਿਕਾਰਯੋਗ ਹਨ। ਇੱਕ ਵੀ ਦੇਵਤਾ ਨਾ ਹੋਵੇ ਸਾਡਾ ਗੁਜ਼ਾਰਾ ਨਹੀਂ ਹੁੰਦਾ। ਅੰਨ ਦੇਵਤਾ ਨਾ ਹੋਵੇ, ਸਾਧ ਸੰਗਤ ਜੀ ਭੁੱਖੇ ਮਰ ਜਾਵਾਂਗੇ ਆਪਾਂ ਸਾਰੇ। ਅੰਨ ਸਾਡੇ ਘਰ 'ਚ ਕਣਕ, ਚਾਵਲ, ਆਟਾ, ਦਾਲ ਨਾ ਹੋਵੇ, ਦੱਸੋ ਫਿਰ ਕੀ ਖਾਓਗੇ? ਅੱਛਾ, ਪਾਣੀ ਦੇਵਤਾ ਨਾ ਹੋਵੇ, ਪਾਣੀ ਤੋਂ ਬਿਨਾਂ ਤੇ ਆਪਾਂ ਥੋੜ੍ਹੇ ਮਿੰਟਾਂ 'ਚ ਹੀ ਤੜਫ ਕੇ ਮਰ ਜਾਂਗੇ ਪਿਆਸ ਨਾਲ। ਹਵਾ ਦੇਵਤਾ ਨਾ ਹੋਵੇ, ਪਵਨ ਦੇਵਤਾ, ਆਕਸੀਜਨ ਤੋਂ ਬਿਨਾਂ ਮਰ ਜਾਵਾਂਗੇ। ਤੇ ਆਪਣੀ ਆਪਣੀ ਸਾਰਿਆਂ ਨੂੰ ਵਾਹਿਗੁਰੂ ਨੇ ਵਡਿਆਈ ਦਿੱਤੀ ਹੋਈ ਹੈ। ਉਹ ਦੇਵਤੇ ਖੁਦ ਕਹਿ ਰਹੇ ਨੇ। ਕਦੀ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਦਾ ਪਾਠ ਕਰੋ, ਉਹਦੇ ਵਿੱਚ ਮਹਾਰਾਜ ਨੇ ਦੱਸਿਆ ਹੈ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਸਾਰੀਆਂ ਸ਼ਕਤੀਆਂ ਖੜੀਆਂ ਹਨ। ਪੱਥਰ ਕਹਿੰਦਾ, ਮਹਾਰਾਜ ਅਕਾਲ ਪੁਰਖ ਜੀ ਮੈਂ ਪੱਥਰ ਬਣਿਆ, ਤੇਰੀ ਕਿਰਪਾ ਨਾਲ ਪੱਥਰ ਬਣਿਆ। ਪੱਥਰ ਦੀ ਵੀ ਆਪਣੀ ਵੈਲਿਊ ਹੈ। ਤੇ ਸਾਧ ਸੰਗਤ ਜੀ, ਧਰਤੀ ਕਹਿੰਦੀ ਹੈ ਵਾਹਿਗੁਰੂ ਮੈਂ ਧਰਤੀ ਬਣੀ ਹਾਂ, ਮੈਂ ਲੱਖਾਂ ਅਰਬਾਂ ਖਰਬਾਂ ਜੀਵਾਂ ਨੂੰ, ਕਰੋੜਾਂ ਜੀਵਾਂ ਨੂੰ ਚੁੱਕੀ ਫਿਰਦੀ ਹਾਂ, ਇਹ ਤੇਰੀ ਕਿਰਪਾ ਮੈਂ ਧਰਤੀ ਬਣੀ ਹਾਂ। ਸਮੁੰਦਰ ਕਹਿੰਦਾ ਮਹਾਰਾਜ ਮੈਂ ਸਮੁੰਦਰ ਹਾਂ, ਤੇਰੀ ਕਿਰਪਾ ਨਾਲ ਮੈਂ ਸਮੁੰਦਰ ਹਾਂ। ਨਦੀਆਂ ਕਹਿੰਦੀਆਂ ਨੇ ਹੇ ਵਾਹਿਗੁਰੂ ਅਸੀਂ ਨਦੀਆਂ ਹਾਂ, ਤੇਰੀ ਕਿਰਪਾ ਨਾਲ। ਤਾਰੇ ਕਹਿੰਦੇ ਵਾਹਿਗੁਰੂ ਤੇਰੀ ਕਿਰਪਾ ਨਾਲ ਅਸੀਂ ਤਾਰੇ ਹਾਂ। ਚੰਦਰਮਾ ਕਹਿੰਦਾ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਚੰਦਰਮਾ ਹਾਂ। ਤੇ ਇਸੇ ਤਰ੍ਹਾਂ ਸੂਰਜ, ਸਾਰੀਆਂ ਸ਼ਕਤੀਆਂ ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ ਖੜੀਆਂ ਨੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ, ਸਾਰੇ ਦੇਵਤੇ ਤੇਰਾ ਜਸ ਗਾ ਰਹੇ ਨੇ। ਸੋ ਦੇਵਤੇ ਕਹਿੰਦੇ ਹੇ ਛੇਵੇਂ ਪਾਤਸ਼ਾਹ ਮਹਾਰਾਜ ਜੀ, ਇਹ ਆਪ ਜੀ ਦੀ ਵਡਿਆਈ ਜੋ ਸਾਨੂੰ ਦਿੱਤੀ ਹੋਈ ਹੈ। ਪਰੇ ਭੀਰ ਤੁਮ ਹੋ ਸਹਾਈ, ਪਰ ਜਦੋਂ ਸਾਡੇ ਤੇ ਭੀੜਾ ਪੈ ਜਾਂਦੀ ਹੈ, ਦੇਵਤਿਆਂ ਨੂੰ ਮੁਸੀਬਤ ਪੈ ਜਾਂਦੀ ਹੈ, ਰਾਖਸ਼ ਲੋਕ ਦੇਵਤਿਆਂ ਨੂੰ ਰਾਜਧਾਨੀਆਂ 'ਚੋਂ ਕੱਢ ਦਿੰਦੇ ਹਨ, ਸਵਰਗ ਦੇ ਉੱਤੇ ਕਬਜ਼ਾ ਕਰ ਲੈਂਦੇ ਹਨ, ਦੇਵਤਿਆਂ ਨੂੰ ਮਾਰਦੇ ਕੁੱਟਦੇ ਹਨ, ਸਾਰੀ ਦੁਨੀਆ ਦਾ ਸਿਸਟਮ ਅਸਤ ਵਿਅਸਤ ਹੋ ਜਾਂਦਾ ਹੈ, ਗੜਬੜ ਹੋ ਜਾਂਦੀ ਹੈ। ਫਿਰ ਦੇਵਤੇ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਸਾਡੀ ਰੱਖਿਆ ਕਰ। ਫਿਰ ਮਹਾਰਾਜ ਤੁਸੀਂ ਅਵਤਾਰ ਧਾਰ ਕੇ ਸਾਡੀ ਰੱਖਿਆ ਕਰਦੇ ਹੋ। ਜਬ ਕਬ ਸੰਕਟ ਕਟੇ ਹਮਾਰੇ, ਜਦੋਂ ਕਦੋਂ ਮਹਾਰਾਜ ਤੁਸੀਂ ਸਾਡੇ ਸੰਕਟ ਕੱਟੇ ਹਨ, ਸਾਡੇ ਦੁੱਖ ਦੂਰ ਕੀਤੇ ਹਨ। ਬਲੀ ਬਲੰਦ ਸੋ ਦਵਾਖੀ ਮਾਰੇ, ਬੜੇ ਬੜੇ ਦੋਖੀ ਸਨ ਜਿਹੜੇ ਧਰਮ ਦੇ, ਬੜੇ ਬਲੀ ਵੀ ਸਨ, ਪਾਵਰਫੁਲ ਬੰਦੇ ਸਨ, ਉਹਨਾਂ ਨੂੰ ਮਹਾਰਾਜ ਤੁਸੀਂ ਮੈਦਾਨੇ ਜੰਗ ਵਿੱਚ ਮਾਰਦੇ ਰਹੇ ਹੋ। ਨਿਸ਼ਕੰਟਕ ਕਰ ਰਾਜ ਬਿਠਾਏ, ਤੇ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾ ਕੇ, ਸਾਡੇ ਦੁਸ਼ਮਣਾਂ ਰੂਪੀ ਕੰਡੇ ਕੱਢ ਕੇ, ਨਿਸ਼ਕੰਟਕ ਕਰਕੇ ਸਾਨੂੰ ਰਾਜ ਦਿੱਤਾ ਹੈ। ਜਿਵੇਂ ਮਹਾਰਾਜ ਚੰਡੀ ਦੀ ਵਾਰ 'ਚ ਲਿਖਦੇ ਨੇ ਨਾ ਕਿ ਸੋਮਨ ਸੰਭ ਪਠਾਇਆ ਜਮ ਦੇ ਧਾਮ ਨੂੰ, ਇੰਦਰ ਸਤ ਬੁਲਾਇਆ ਰਾਜ ਅਬਖੇਖਨੋ, ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ, 14 ਲੋਕਾਂ ਛਾਇਆ, ਜਸ ਜਗ ਮਾਤ ਦਾ, ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਇਹ ਮਹਾਰਾਜ ਤੁਹਾਡਾ ਬਿਰਧ ਹੈ,
ਤੁਸੀਂ ਸਾਨੂੰ ਰਾਜ ਭਾਗ ਤੇ ਬਿਠਾ ਦਿੰਦੇ ਹੋ। ਉਸਤਤ ਕਰਤ ਪਹਿ ਸਮੁਦਾਏ, ਸਭ ਦੇਵਤੇ ਮਹਾਰਾਜ ਦੀ ਉਸਤਤ ਕਰਦੇ ਹਨ। ਸੁਰੋਵਾਚ ਭੁਜੰਗ ਪ੍ਰਿਆਤ ਛੰਦ, ਦੇਵਤੇ ਇਸ ਤਰ੍ਹਾਂ ਬੇਨਤੀ ਕਰਦੇ ਸਤਿਗੁਰੂ ਜੀ ਦੀ ਉਪਮਾ ਦੇ ਵਿੱਚ, ਸਦਾ ਦੇਵ ਪਾਲੋ ਬਿਨੈ ਆਪ ਮਾਨੋ। ਇਹ ਮਹਾਰਾਜ ਤੁਸੀਂ ਦੇਵਤਿਆਂ ਦੀ ਬੇਨਤੀ ਮੰਨਦੇ ਹੋ ਤੇ ਦੇਵਤਿਆਂ ਦੀ ਪਾਲਣਾ ਕਰਦੇ ਹੋ। ਸਹਾਈ ਬਨੋ ਬ੍ਰਿੰਦ ਦੋਖੀ ਨਹਾਨੋ, ਔਰ ਆਪਣੇ ਭਗਤਾਂ ਸੰਤਾਂ ਦੀ ਰੱਖਿਆ ਕਰਕੇ ਦੋਖੀਆਂ ਨੂੰ ਦੁਸ਼ਟਾਂ ਨੂੰ ਸੋਧਾ ਲਾਉਂਦੇ ਹੋ। ਮਹਾਰਾਜ ਰਾਜਾਨ ਰਾਜਾ ਤੇ ਰਾਜੋ, ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ, ਰਾਜ ਦੇ ਰਾਜ ਸਾਰੀਆਂ ਪਾਵਰਾਂ ਸ਼ਕਤੀਆਂ ਦੇ ਮਾਲਕ ਹੋ। ਮਹਾ ਤੇਜ ਧਾਰੀ ਕਰੋ ਸੰਤ ਕਾਜੋ, ਮਹਾ ਤੇਜਸਵੀ ਹੋ ਤੁਸੀਂ, ਤੇਜ ਪ੍ਰਤਾਪ ਤੁਹਾਡਾ ਬਹੁਤ ਹੈ। ਆਪਣੇ ਸੰਤਾਂ ਦਾ ਕੰਮ ਕਰਦੇ ਹੋ, ਭਾਵ ਉਹਨਾਂ ਨੂੰ ਤੁਸੀਂ ਰਾਜ ਭਾਗ ਦਿੰਦੇ ਹੋ। ਜਗਨਨਾਥ ਮਾਧੋ ਸਰੂਪੰ ਛਬੀਲਾ, ਸਾਰੇ ਜਗਤ ਦੇ ਮਾਲਕ ਹੋ, ਨਾਥ ਹੋ ਤੇ ਮਹਾਰਾਜ ਮਾਇਆ ਦੇ ਵੀ ਪਤੀ ਹੋ ਤੇ ਤੁਹਾਡਾ ਸਰੂਪ ਬੜਾ ਛੈਲ ਛਬੀਲਾ ਸੁੰਦਰ ਹੈ। ਕਰੋ ਲੋਕ ਮਹਿਮਾਨ ਵਿਚਾਰ ਲੀਲਾ, ਮਨੁੱਖੀ ਲੀਲਾ ਕਰਨ ਵਾਸਤੇ ਮਨੁੱਖੀ ਜਾਮਾ ਧਾਰਨ ਕਰਕੇ ਧਰਤੀ ਤੇ ਪ੍ਰਗਟ ਹੁੰਦੇ ਹੋ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਹਰ ਯੁਗ ਦੇ ਵਿੱਚ ਮਹਾਰਾਜ ਭਗਤਾਂ ਸੰਤਾਂ ਦੀ ਰਾਖੀ ਵਾਸਤੇ, ਧਰਮ ਦੀ ਸਥਾਪਨਾ ਵਾਸਤੇ ਅਵਤਾਰ ਧਾਰਦੇ ਹੋ। ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ, ਕਲਯੁਗ ਦੇ ਵਿੱਚ ਨਵਾਂ ਪੰਥ ਚਲਾਇਆ ਹੈ, ਸਿੱਖੀ ਪੰਥ। ਇਹ ਸਭ ਤੋਂ ਸ਼੍ਰੋਮਣੀ ਪੰਥ ਹੈ। ਸਾਧ ਸੰਗਤ ਜੀ, ਪੰਥ ਸਾਰੇ ਸਤਿਕਾਰਯੋਗ ਹਨ, ਪਰ ਗੁਰੂ ਨਾਨਕ ਸਾਹਿਬ ਜੀ ਦਾ ਪੰਥ ਸਿੱਧਾ ਅਕਾਲ ਪੁਰਖ ਨਾਲ ਜੋੜਿਆ ਹੈ। ਕਿਸੇ ਦੇਵੀ ਦੇਵਤੇ ਦੀ ਪੂਜਾ ਵਿੱਚ, ਕਰਮ ਕਾਂਡਾਂ ਵਿੱਚ, ਮੜੀਆਂ ਮਸਾਣਾਂ ਵਿੱਚ ਸਾਨੂੰ ਨਹੀਂ ਲਾਇਆ। ਇੱਕ ਮੜੀਆਂ ਕਬਰਨ ਵੇ ਜਾਹੀ, ਇੱਕ ਲੋਕ ਹਿੰਦੂ ਲੋਕ ਮੜੀਆਂ ਦੇ ਮੱਥਾ ਟੇਕਦੇ ਨੇ, ਮੁਸਲਮਾਨ ਕਬਰਾਂ ਨੂੰ ਮੰਨੀ ਜਾਂਦੇ ਨੇ। ਕਹਿੰਦੇ ਇੱਕ ਮੜੀਆਂ ਕਬਰਨ ਵੇ ਜਾਹੀ, ਦੋਹਾਂ में ਪਰਮੇਸ਼ਰ ਨਾਹੀ। ਦੋਹਾਂ ਵਿੱਚ ਪਰਮੇਸ਼ਰ ਨਹੀਂ ਹੈ। ਪਰਮੇਸ਼ਰ ਤਾਂ ਆਦਮੀ ਤੇ ਇਨਸਾਨ ਦੇ ਹਿਰਦੇ ਵਿੱਚ ਹੈ। ਇਸ ਕਰਕੇ ਆਪਣੇ ਹਿਰਦੇ ਵਿੱਚ ਹੀ ਖੋਜੋ। ਇਹ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਸਿੱਧਾ ਜਿਹਾ ਰਾਹ ਦੱਸਿਆ ਹੈ। ਫੋਕਟ ਕਰਮ ਕਾਂਡਾਂ ਤੋਂ ਜਿਹੜੀਆਂ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਹਨੇਰੀਆਂ ਛਾਈਆਂ ਹੋਈਆਂ, ਭੰਬਲ ਭੂਸੇ ਪਏ ਹੋਏ, ਗਲਤ ਫਹਿਮੀਆਂ ਪਈਆਂ ਹੋਈਆਂ, ਉਹ ਸਾਰੀਆਂ ਕੱਢ ਕੇ ਮਹਾਰਾਜ ਨੇ ਅਕਾਲ ਪੁਰਖ ਪਰਮੇਸ਼ਰ ਦੇ ਲੜ ਲਾਇਆ ਹੈ। ਬੇਕਾਰੰ ਬਹੀਨਾ ਕੁਬੰਧੰ ਨਿਕੰਦਾ, ਮਹਾਰਾਜ ਤੁਸੀਂ ਬੇਕਾਰਾਂ ਤੋਂ ਰਹਿਤ ਹੋ ਤੇ ਕੁਬੰਧ ਜਿਹੜੇ ਜੀਵ ਨੂੰ ਪਏ ਹੋਏ ਨੇ, ਬੰਧਨ ਪਏ ਹੋਏ ਨੇ ਮੋਹ ਮਾਇਆ ਦੇ, ਉਹਨਾਂ ਨੂੰ ਨਿਕੰਦਨ ਭਾਵ ਕੱਟਣ ਵਾਲੇ ਹੋ। ਭਈ ਬੁੱਧ ਮੰਦੰ ਕਲੀ ਕਾਲ ਜਾਨੀ, ਇਹ ਸੱਚੇ ਪਾਤਸ਼ਾਹ ਜੀ, ਕਲਯੁਗ ਦਾ ਸਮਾਂ ਆ ਗਿਆ। ਲੋਕਾਂ ਦੀ ਬੁੱਧੀ ਮਲੇਸ਼ ਹੋ ਗਈ ਹੈ, ਮੰਦ ਬੁੱਧੀ ਹੋ ਗਈ ਹੈ, ਨਾਸਤਕ ਬੁੱਧੀ ਹੋ ਗਈ ਹੈ। ਕਲਯੁਗ ਕੀ ਹੈ ਸਾਧ ਸੰਗਤ ਜੀ? ਕਈ ਲੋਕ ਪੁੱਛਦੇ ਆ ਕਲਯੁਗ ਕਿੱਥੋਂ ਆਇਆ, ਕਿਵੇਂ ਆਇਆ, ਕਿੱਥੇ ਆਇਆ? ਹਜ਼ੂਰ ਗੁਰੂ ਨਾਨਕ ਦੇਵ ਜੀ ਕਹਿੰਦੇ ਕਿਤੇ ਦੇਸ਼ ਨਾ ਆਇਆ ਸੁਣੀਏ। ਕਿਸੇ ਸ਼ਹਿਰ ਤੋਂ ਵੀਜ਼ਾ ਲਵਾ ਕੇ ਦੂਜੇ ਮੁਲਕ 'ਚ ਨਹੀਂ ਆਇਆ। ਕਿਤੇ ਦੇਸ਼ ਨਾ ਆਇਆ ਸੁਣੀਏ। ਕਿਹੜੇ ਦੇਸ਼ 'ਚੋਂ? ਅਮਰੀਕਾ 'ਚੋਂ ਆਇਆ, ਕੈਨੇਡਾ 'ਚੋਂ ਆਇਆ, ਯੂਰਪ 'ਚੋਂ ਆਇਆ, ਇੰਡੀਆ 'ਚੋਂ ਆਇਆ? ਕਿੱਥੋਂ ਆਇਆ ਕਲਯੁਗ? ਕਹਿੰਦੇ ਨਹੀਂ ਆਇਆ। ਫਿਰ ਤੀਰਥ ਪਾਸ ਨਾ ਬੈਠਾ। ਕਹਿੰਦੇ ਕਿਹੜੇ ਤੀਰਥ ਤੇ ਬੈਠਾ ਹੈ? ਕਹਿੰਦੇ ਉੱਥੇ ਵੀ ਦੇਖਿਆ ਨਹੀਂ ਬੈਠਾ। ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਕਿਤੇ ਵੀ ਕੋਠੀ ਨਹੀਂ ਪਾਈ, ਕਿਤੇ ਘਰ ਨਹੀਂ, ਕੋਈ ਐਡਰੈਸ ਪੱਕਾ ਕਲਯੁਗ ਦਾ ਹੈ ਨਹੀਂ। ਫਿਰ ਕਹਿੰਦੇ ਕਲਯੁਗ ਹੈ ਕੀ ਹੈ? ਮਹਾਰਾਜ ਕਹਿੰਦੇ ਕਲਯੁਗ ਇਹ ਹੈ ਵੀ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਇਹੀ ਕਲਯੁਗ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਯੁਗ ਕਿਤੇ ਹੋਰ ਨਹੀਂ ਵੇਖਿਆ ਨਹੀਂ ਕਿ ਆਉਂਦਾ ਜਾਂਦਾ ਬਾਜ਼ਾਰ 'ਚ ਨਹੀਂ ਕਿਸੇ ਨੂੰ ਮਿਲਿਆ, ਕਿਤੇ ਮਕਾਨ ਦੁਕਾਨ 'ਚ ਨਹੀਂ ਬੈਠਾ, ਕਿਤੇ ਤੀਰਥਾਂ 'ਤੇ ਨਹੀਂ ਬੈਠਾ। ਹੈ ਕਹਿੰਦੇ ਬੰਦਿਆਂ ਦੇ ਬੁੱਧੀ ਵਿੱਚ ਬੈਠਾ। ਜਦੋਂ ਬੁੱਧੀ ਪੁੱਠੀ ਹੋ ਜਾਂਦੀ ਹੈ, ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣ ਇਹੀ। ਜੇ ਕੋਈ ਨਾਮ ਜਪਦਾ ਹੈ ਕਲਯੁਗ ਦੇ 'ਚ ਉਹਦੀ ਬਦਨਾਮੀ ਹੁੰਦੀ ਹੈ। ਕਹਿੰਦੇ ਵੱਡਾ ਭਗਤ ਬਣਿਆ ਫਿਰਦਾ। ਨਾਮ ਜਪਣ ਵਾਲੇ ਨੂੰ ਦੁੱਖ ਹੁੰਦੇ ਆ। ਚੋਰੀ ਯਾਰੀ ਠੱਗੀ ਬੇਈਮਾਨੀ ਕਰਨ ਵਾਲਾ ਕਲਯੁਗ 'ਚ ਆਰਾਮ ਨਾਲ ਫਿਰਦਾ ਹੈ। ਸੱਚੀ ਗੱਲ ਕਰਨ ਵਾਲਾ, ਭਗਤੀ ਕਰਨ ਵਾਲਾ, ਪਰਮੇਸ਼ਰ ਦਾ ਨਾਮ ਜਪਣ ਵਾਲਾ ਰੁਲ ਜਾਂਦਾ ਹੈ। ਇਹ ਕਲਯੁਗ ਦਾ ਵਰਤਾਰਾ ਹੈ।
ਸੱਚੇ ਪਾਤਸ਼ਾਹ ਜੀ, ਤੁਸੀਂ ਕਲਯੁਗ ਦੇ ਜੀਵਾਂ ਦੀ ਮਾੜੀ ਹਾਲਤ ਵੇਖ ਕੇ ਅਵਤਾਰ ਧਾਰਿਆ ਹੈ। ਲਿਓ ਬੇਦ ਸਾਰੰਗ ਰਚੀ ਚਾਰ ਬਾਣੀ। ਮਹਾਰਾਜ ਸਾਰੇ ਵੇਦਾਂ ਸ਼ਾਸਤਰਾਂ ਦਾ ਨਿਚੋੜ ਕੱਢ ਕੇ, ਕਿਉਂਕਿ ਪੰਡਤਾਂ ਨੇ ਵੇਦ ਸ਼ਾਸਤਰ ਆਪਣੇ ਕਬਜ਼ੇ 'ਚ ਕਰ ਲਏ ਸੀ। ਕਹਿੰਦੇ ਸੀ ਲੋਕਾਂ ਨੂੰ ਪੜ੍ਹਨ ਨਹੀਂ ਦੇਣੇ। ਧਰਮ ਗ੍ਰੰਥ ਜਿਹੜੇ ਪੜ੍ਹਦਾ ਸੀ, ਕੋਈ ਗਰੀਬ ਆਦਮੀ ਸ਼ੂਦਰ ਪੜ੍ਹਦਾ ਸੀ, ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀਗੇ। ਸ਼ੂਦਰ ਨਹੀਂ ਪੜ੍ਹ ਸਕਦਾ, ਇਸਤਰੀ ਨਹੀਂ ਪੜ੍ਹ ਸਕਦੀ। ਅੱਛਾ, ਸਾਰੇ ਵੀ ਨਹੀਂ ਪੜ੍ਹ ਸਕਦੇ ਕਿਉਂਕਿ ਸੰਸਕ੍ਰਿਤ ਬੋਲੀ ਹੈ, ਸਾਰਿਆਂ ਨੂੰ ਸਮਝ ਨਹੀਂ ਆਉਣੀ। ਅਤੇ ਪਹਿਲਾਂ ਤਾਂ ਸੰਸਕ੍ਰਿਤ ਪੜ੍ਹੋ, ਕਾਸ਼ੀ ਜਾ ਕੇ ਪੰਡਤਾਂ ਪੜ੍ਹਾਉਂਦੇ ਕੋਈ ਨਹੀਂ। ਅਤੇ ਜੇ ਪੜ੍ਹ ਲਓ ਅਤੇ ਫਿਰ ਇੱਕ ਹੋਰ ਖਤਰਾ, ਹੰਕਾਰ ਆ ਜਾਂਦਾ ਵੀ ਮੈਂ ਪੜ੍ਹਿਆ ਬਹੁਤ ਹਾਂ। ਫਿਰ ਆਪਣੀ ਵਿੱਦਿਆ ਦਾ ਹੰਕਾਰ ਪਰਮਾਤਮਾ ਤੱਕ ਜਾਣ ਨਹੀਂ ਦਿੰਦਾ। ਗੁਰੂ ਸਾਹਿਬ ਜੀ ਨੇ ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਕੱਢਤਾ। ਜਿਵੇਂ ਕਿਸੇ ਚੀਜ਼ ਦਾ ਅਰਕ ਕੱਢ ਲਈਦਾ ਨਾ, ਅਰਕ ਕੱਢ ਕੇ ਗੁਰਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਸਿੱਖਾਂ ਨੂੰ ਦੇਤੀ। ਜਿਹੜਾ ਬਾਣੀ ਪੜ੍ਹੇਗਾ, ਬਾਣੀ 'ਚੋਂ ਸਾਰਾ ਹੀ ਬ੍ਰਹਮ ਗਿਆਨ, ਭਗਤੀ, ਸਿਮਰਨ ਸਾਰਾ ਕੁਝ ਮਿਲ ਜਾਂਦਾ ਹੈ। ਪਠੰਤੇ ਸੁਨੰਤੇ ਹਨੰਤੇ ਕਲੰਕਾ। ਜਿਹੜੇ ਗੁਰੂ ਕੇ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਐ, ਸੁਣਦੇ ਐ, ਉਹਨਾਂ ਦੇ ਕਲੰਕ ਮਿਟ ਜਾਂਦੇ ਹਨ। ਲਹੈ ਮੋਖ ਕੋ ਅੰਤਰ ਕਹਿ ਨਾ ਆਤੰਕਾ। ਕਹਿੰਦੇ ਉਹਨਾਂ ਨੂੰ ਅੰਤ ਨੂੰ ਮੁਕਤੀ ਮਿਲਦੀ ਹੈ। ਜਮਾਂ ਦਾ ਆਤੰਕ ਮੈਨੇ ਡਰ, ਜਮਾਂ ਦਾ ਡਰ ਉਹਨਾਂ ਨੂੰ ਨਹੀਂ ਲੱਗਦਾ। ਭਏ ਬੰਸ ਬੇਦੀ ਬਿਖੈ ਸੰਤ ਮਮਤਾ। ਕਹਿੰਦੇ ਬੇਦੀ ਬੰਸ ਵਿੱਚ ਅਵਤਾਰ ਧਾਰਿਆ, ਤਿੰਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ, ਜਹ ਤੈ ਭਏ ਸਹਾਏ। ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਆਏ ਹਨ। ਦਿਓ ਸਤਿ ਨਾਮੁ ਮਹਾ ਮੰਤਰ ਜਨਤਾ। ਸਤਨਾਮ ਸ੍ਰੀ ਵਾਹਿਗੁਰੂ ਮਹਾ ਮੰਤਰ ਆਪਣੇ ਸਿੱਖਾਂ ਨੂੰ, ਸਾਰੀ ਜਨਤਾ ਨੂੰ, ਸਾਰੇ ਜੀਵਾਂ ਨੂੰ ਦਿੱਤਾ ਹੈ। ਨਵੋ ਖੰਡ ਮਾਹੀ ਕਰੀ ਕਿਤ ਮੰਡੰ। ਤੇ ਗੁਰੂ ਨਾਨਕ ਦੇਵ ਜੀ 9 ਖੰਡਾਂ ਵਿੱਚ ਗਏ ਹਨ। ਜਿੱਤੀ 9 ਖੰਡ ਮੇਦਨੀ, ਸਤਨਾਮ ਦਾ ਚੱਕਰ ਫਿਰਾਇਆ। ਤੇ ਮਹਾਰਾਜ ਨੇ ਸਾਰੀ ਧਰਤੀ ਦੇ ਵਿੱਚ ਨਾਮ ਸਿਮਰਨ, ਜਪ ਤਪ ਸਿਮਰਨ, ਵਾਹਿਗੁਰੂ ਗੁਰਮੰਤਰ ਦਾ ਝੰਡਾ ਨਿਸ਼ਾਨ ਝੁਲਾਇਆ ਹੈ। ਗੁਰੂ ਰੂਪ ਹੋਏ ਮਤੰ ਖੰਡ ਖੰਡੰ। ਮਹਾਰਾਜ ਨੇ ਗੁਰੂ ਰੂਪ ਧਾਰਨ ਹੋ ਕੇ, ਪਹਿਲੇ ਜਿੰਨੇ ਅਵਤਾਰ ਹੋਏ ਨੇ, 24 ਅਵਤਾਰ ਹੋਏ ਨੇ, ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿਕ, ਪਰ ਗੁਰੂ ਅਵਤਾਰ ਨਹੀਂ ਕੋਈ ਹੋਇਆ। ਗੁਰੂ ਅਵਤਾਰ ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਨੇ। ਅਰਿਓ ਕੋ ਨਾ ਆਗੇ ਕਰਾਮਾਤ ਭਾਰੇ। ਭਾਰਾ ਭਾਰੀ ਕਰਾਮਾਤ, ਭਾਰੀ ਸ਼ਕਤੀ ਲੈ ਕੇ ਆਏ ਨੇ। ਅਨੰਤ ਕਲਾ ਲੈ ਠਾਕਰ ਚੜ੍ਹਿਓ। ਸਾਧ ਸੰਗਤ ਜੀ, ਕਲਯੁਗ ਵਿੱਚ ਥੋੜ੍ਹੀ ਸ਼ਕਤੀ, ਥੋੜ੍ਹੀ ਕਲਾ ਨਾਲ ਗੱਲ ਨਹੀਂ ਸੀ ਬਣਨੀ। ਇਸ ਕਰਕੇ ਸਾਰੀਆਂ ਹੀ ਪਾਵਰਾਂ ਲੈ ਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਰੂਪ 'ਚ ਪ੍ਰਗਟ ਹੋਇਆ ਪਰਮੇਸ਼ਰ। ਜਸੰ ਚਾਰ ਫੈਲਾ ਜਪੈ ਨਾਮ ਸਾਰੇ। ਸਾਰੇ ਪਾਸੇ ਸਾਰੀ ਦੁਨੀਆ 'ਚ ਸਤਿਗੁਰਾਂ ਦਾ ਜਸ ਫੈਲ ਗਿਆ ਹੈ। ਸਾਰੇ ਨਾਮ ਜਪਦੇ ਹਨ, ਸਾਰੇ ਸਿਮਰਨ ਕਰਦੇ ਹਨ। ਮਹਾਮੋਹ ਸੌਂਡੀ ਹਿਰਦੈ ਕਾਨਨੋ ਮੈਂ। ਸਾਧ ਸੰਗਤ ਜੀ, ਜਿਹੜਾ ਮਹਾਮੋਹ ਰੂਪੀ, ਹਿਰਦੇ ਰੂਪੀ ਸ਼ੇਰ, ਹਿਰਦੇ ਰੂਪੀ ਜੰਗਲ ਦੇ ਵਿੱਚ ਸ਼ੇਰ ਫਿਰਦਾ ਸੀ ਨਾ, ਉਹ ਬੜਾ ਨੁਕਸਾਨ ਕਰਦਾ ਸੀ, ਤਬਾਹੀ ਕਰਦਾ ਸੀ। ਮਹਾਮੋਹ ਰੂਪੀ ਬੜੋ ਬਾਕ ਸ਼ੇਰੰ ਤੁਮਾਰੋ ਜਨੋ ਮੈਂ। ਜਿਹੜਾ ਸਾਧ ਸੰਗਤ ਜੀ ਉਹ ਜੰਗਲ ਦੇ ਵਿੱਚ ਹਾਥੀ ਫਿਰਦਾ ਸੀ ਨਾ, ਮਹਾਮੋਹ, ਉਹਨੂੰ ਮਹਾਰਾਜ ਦੇ ਬਚਨ ਜਿਹੜੇ ਹਨ, ਬਾਣੀ ਜਿਹੜੀ ਹੈ, ਸ਼ੇਰ ਦੀ ਤਰ੍ਹਾਂ ਖਾ ਗਈ। ਜਿਵੇਂ ਸ਼ੇਰ ਜੰਗਲ ਦੇ ਬਾਕੀ ਆ ਜਾਨਵਰਾਂ ਨੂੰ ਖਾ ਜਾਂਦਾ, ਗੁਰੂ ਦੀ ਬਾਣੀ ਸਿੱਖ ਦੇ ਹਿਰਦੇ ਦੇ ਵਿਕਾਰਾਂ ਨੂੰ ਖਾ ਜਾਂਦੀ ਹੈ। ਹਾਂਜੀ, ਕਈ ਕੋਟ ਦਾ ਸਾਨ ਕੋ ਪਾਰ ਕੀਨੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰੋੜਾਂ ਸਿੱਖਾਂ ਨੂੰ ਭਵ ਸਾਗਰ ਤੋਂ ਪਾਰ ਲਗਾਇਆ। ਕਰੋੜਾਂ, ਗਿਣਤੀ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲਏ, ਪਰ ਗੁਰੂ ਬਾਬੇ ਦੇ ਤਾਰੇ ਹੋਏ ਸਿੱਖਾਂ ਦੀ ਗਿਣਤੀ ਨਹੀਂ ਹੋ ਸਕਦੀ। ਖਟੰਗ ਰੂਪ ਧਾਰੇ ਪਲੋ ਪੰਥ ਦੀਨੋ। 6 ਰੂਪ ਧਾਰਨ ਕੀਤੇ। 5 ਰੂਪ ਪਹਿਲਾਂ ਮਹਾਰਾਜ ਜੋਤੀ ਜੋ ਸਮਾ ਗਏ ਨੇ। 6ਵੇਂ ਪਾਤਸ਼ਾਹ ਆਪ ਸਾਹਮਣੇ ਬੈਠੇ ਹੋ, ਬੇਅੰਤ ਜੀਵਾਂ ਨੂੰ ਤਾਰਣਾ ਕੀਤਾ ਹੈ। ਗੁਰੂ ਸਿੱਖ ਕੈ ਨੇਰ ਜਾਵੈ ਨ ਦੂਤੰ। ਕਹਿੰਦੇ ਮਹਾਰਾਜ ਗੁਰੂ ਦੇ ਸਿੱਖ ਦੇ ਨੇੜੇ ਜਮਦੂਤ ਨਹੀਂ ਜਾ ਸਕਦੇ। ਇਹ ਧਰਮਰਾਜ ਨੇ
ਆਪਣੇ ਦੂਤਾਂ ਨੂੰ ਕਿਹਾ ਹੋਇਆ ਹੈ ਵੀ ਜਿੱਥੇ ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਦੇ ਸਿੱਖ ਹਨ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ ਨਾ ਹੋਣਾ, ਧੂਣਾ ਛੁਟੈ ਨਿਕਟ ਨਾ ਜਾਈਓ ਦੂਤ। ਉੱਥੇ ਸੰਤਾਂ ਭਗਤਾਂ ਦੇ ਨੇੜੇ ਨਹੀਂ ਜਾਣਾ, ਉਹਨਾਂ ਨੂੰ ਕੋਈ ਕਸ਼ਟ ਨਹੀਂ ਦੇਣਾ। ਹਾਂਜੀ, ਧਰੈ ਧਿਆਨ ਕੋ ਹੋਏ ਸੋ ਬੁੱਧ ਪੂਤੰ। ਜਿਹੜਾ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਦਾ ਹੈ, ਦਸਾਂ ਪਾਤਸ਼ਾਹੀਆਂ ਦਾ, ਗੁਰੂ ਗ੍ਰੰਥ ਸਾਹਿਬ ਦਾ, ਸਾਧ ਸੰਗਤ ਜੀ, ਉਹਦੀ ਬੁੱਧੀ ਨਿਰਮਲ ਹੋ ਜਾਂਦੀ ਹੈ, ਬੁੱਧੀ ਪਵਿੱਤਰ ਹੋ ਜਾਂਦੀ ਹੈ, ਅੰਤःਕਰਨ ਨਿਰਮਲ ਹੋ ਜਾਂਦਾ ਹੈ। ਇਸ ਕਰਕੇ ਹਰ ਰੋਜ਼ ਸਾਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਰਿਪੂ ਸੰਗ ਜੰਗੰ ਕਰੇ ਅੰਗ ਭੰਗੰ। ਦੇਵਤੇ ਕਹਿੰਦੇ, ਹੇ ਛੇਵੇਂ ਪਾਤਸ਼ਾਹ, ਆਪ ਜੀ ਨੇ ਵੈਰੀ ਨਾਲ ਯੁੱਧ ਕਰਕੇ ਵੈਰੀ ਦੇ ਅੰਗ ਟੋਟੇ ਟੋਟੇ ਕੀਤੇ ਹਨ, ਜ਼ਾਲਮਾਂ ਦੀਆਂ ਫੌਜਾਂ ਤਬਾਹ ਕਰਕੇ ਰੱਖ ਦਿੱਤੀਆਂ ਹਨ। ਬਿਜਲੀਨ ਪਹਾਰੀ ਸੁਧਾਰੇ ਅਤੰਗੰ। ਮਹਾਰਾਜ ਆਪ ਜੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਬੜੇ ਵੱਡੇ ਕਾਰਜ ਸੁਧਾਰੇ ਹਨ। ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਨਮੋ ਪਾਦ ਕੰਜੰ ਕਿਰਪਾਲੰ ਸਰੂਪੰ। ਆਪ ਜੀ ਦੇ ਪਾਵਨ ਚਰਨ ਕਮਲਾਂ ਤੇ ਸਾਡੀ ਨਮਸਕਾਰ ਹੈ ਸਤਿਗੁਰੂ ਜੀ। ਮੁਕੰਦੰ ਸੁਛੰਦੰ ਅਨੰਦੰ ਅਨੂਪੰ। ਆਪ ਮੁਕਤੀ ਦਾਤੇ ਹੋ, ਸੁਛੰਦ ਆਜ਼ਾਦ ਹੋ ਤੇ ਆਨੰਦ ਦੇ ਦਾਤੇ ਹੋ। ਮਹਾਰਾਜ ਜੀ ਉਪਮਾ ਤੋਂ ਰਹਿਤ ਹੋ। ਸਦਾ ਜੈ ਸਦਾ ਜੈ ਸਦਾ ਜੈ ਤੁਮਾਰੀ। ਮਹਾਰਾਜ ਤੁਹਾਡੀ ਸਦਾ ਹੀ ਜੈ ਜੈਕਾਰ ਹੋ ਰਹੀ ਹੈ, ਹੁੰਦੀ ਰਹੇਗੀ। ਗੁਰੂ ਰੂਪ ਸਾਰੇ ਨਮੋ ਹੋਇ ਹਮਾਰੀ। ਮਹਾਰਾਜ ਤੁਸੀਂ ਸਾਰੀ ਦੁਨੀਆ ਦੇ ਗੁਰੂ ਹੋ, ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਮਨੋ ਕਾਮਨਾ ਪੂਰ ਦਾਸਾਨ ਕੇਰੀ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ, ਅਸੀਂ ਸਾਰੇ ਦੇਵਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ, ਕਿਰਪਾ ਕਰੋ, ਸਾਡੀ ਮਨੋਕਾਮਨਾ ਪੂਰੀ ਕਰੋ। ਕਰੋ ਦੇਵ ਬਿੰਦਰਾਨ ਰੱਛਾ ਬਡੇਰੀ। ਮਹਾਰਾਜ ਸਾਰੇ ਦੇਵਤਿਆਂ ਦੀ ਰੱਖਿਆ ਕਰੋ। ਦੋਹਰਾ ਇਮ ਅਸ਼ਟਕ ਸੁਰ ਸਰਬ ਕਰੋ। ਇਸ ਤਰ੍ਹਾਂ ਸਾਰੇ ਦੇਵਤਿਆਂ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਉਸਤਤ ਕੀਤੀ ਹੈ। ਔਰ ਮਹਿ ਆਨੰਦ ਪਾਏ। ਮਨ ਵਿੱਚ ਬੜੇ ਆਨੰਦ ਪ੍ਰਸੰਨ ਹੋਏ ਹਨ। ਦਰਸ਼ਨ ਪਰਸਨ ਸਰਸਹੀ। ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਗਮਨੇ ਪੁਨ ਸਮੁਦਾਇ। ਫਿਰ ਆਪਣੇ ਧਾਮ ਨੂੰ ਚਲੇ ਗਏ ਹਨ। ਚੌਪਈ ਇੱਕ ਕੋਸ਼ਟ ਸਤਿਗੁਰੂ ਕਰਾਇਓ। ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ, ਜਿੱਥੇ ਸਾਧ ਸੰਗਤ ਜੀ ਆਪਾਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦਾ ਅੰਗੀਠਾ ਫੁੱਲ ਤਾਰਨ ਜਾਂਦੇ ਹਾਂ, ਉਸ ਜਗ੍ਹਾ ਦਾ ਨਾਮ ਹੈ ਪਤਾਲਪੁਰੀ। ਉੱਥੇ ਗੁਰੂ ਸਾਹਿਬ ਨੇ ਇੱਕ ਕਮਰਾ ਬਣਵਾਇਆ ਸੀ। ਨਾਮ ਪਤਾਲਪੁਰੀ ਤਿਸ ਗਾਇਓ। ਉਸ ਗੁਰਦੁਆਰੇ ਦਾ ਨਾਮ ਪਹਿਲਾਂ ਤੋਂ ਹੀ ਰੱਖ ਦਿੱਤਾ ਗਿਆ ਪਤਾਲਪੁਰੀ। ਜਿੱਥੇ ਬਾਬੇ ਦਿਓਰੇ ਗੁਰਦਿੱਤਾ ਜੀ ਦਾ ਦਿਓਰਾ ਹੈ, ਉੱਥੇ ਗੁਰਦੁਆਰਾ ਤੀਰ ਸਾਹਿਬ ਵੀ ਹੈ। ਉੱਥੋਂ ਮਹਾਰਾਜ ਛੇਵੇਂ ਪਾਤਸ਼ਾਹ ਤੀਰ ਮਾਰਿਆ, ਜਿਹੜਾ ਪਤਾਲਪੁਰੀ ਬਹੁਤ ਦੂਰ ਪੈਂਦਾ ਉੱਥੋਂ, ਉੱਥੇ ਆ ਵੱਜਾ। ਜਦੋਂ ਤੀਰ ਉੱਥੇ ਪਹਾੜ ਤੋਂ ਮਹਾਰਾਜ ਨੇ ਪਤਾਲਪੁਰੀ ਮਾਰਿਆ, ਪਤਾਲਪੁਰੀ ਪ੍ਰਗਟ ਕੀਤੀ, ਉੱਥੇ ਆ ਕੇ ਕਹਿਣ ਲੱਗੇ ਇੱਥੇ ਕਮਰਾ ਬਣਾਓ। ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਸਿੱਖਾਂ ਨੇ ਇੱਕ ਕਮਰਾ ਤਿਆਰ ਕੀਤਾ ਹੈ। ਹੋਨ ਪ੍ਰਵੇਸ਼ ਤਿਸੀ ਮਹਿ ਚਾਹਾ। ਉਹ ਕਮਰਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਤੇ ਮਹਾਰਾਜ ਉਹਦੇ 'ਚ ਪ੍ਰਵੇਸ਼ ਕਰਨ ਲੱਗੇ ਹਨ। ਸਭ ਹਿਨ ਕੋ ਬੁਲਾਏ ਕਦ ਪਾਹਾ। ਸਾਰਿਆਂ ਸਿੱਖਾਂ ਨੂੰ, ਸਾਰੀਆਂ ਸੰਗਤਾਂ ਨੂੰ ਕੋਲ ਬੁਲਾ ਲਿਆ ਹੈ। ਆਪ ਜਾਨ ਪਰ ਲੋਕ ਮਝਾਰੇ। ਆਪ ਪਰਲੋਕ ਜਾਣ ਦੀਆਂ ਹੁਣ ਤਿਆਰੀਆਂ ਪੂਰੀਆਂ ਕਰ ਲਈਆਂ ਨੇ। ਜੁਤ ਕਟੰਬ ਸਭ ਸੰਗ ਉਚਾਰੇ। ਸਾਰੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਸਭ ਨੂੰ ਕਹਿ ਦਿੱਤਾ, ਸੰਗਤਾਂ ਨੂੰ ਸੁਣਾ ਦਿੱਤਾ। ਪੂਰਬ ਸ਼੍ਰੀ ਹਰਿ ਰਾਏ ਸਮੀਪ। ਪਹਿਲਾਂ ਸ੍ਰੀ ਹਰਿ ਰਾਏ ਜੀ ਸਤਵੇਂ ਪਾਤਸ਼ਾਹ ਜੀ ਬੈਠਿਓ ਆਨ ਜੋਧ ਅਵਨੀਪ। ਉਹ ਕੋਲ ਬੈਠੇ ਸਨ। ਪਿੱਛੋਂ ਭਾਈ ਜੋਧ ਰਾਏ ਜੀ ਵੀ ਆ ਕੇ ਬੈਠ ਗਏ। ਗੁਰ ਘਰਨੀ ਦੋਨ ਹੋਸਨ ਆਈ। ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵੀ ਜੀ ਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਹਨ। ਬੜੇ ਦੁਖੀ ਮਨ ਦੇ ਨਾਲ ਦੋਵੇਂ ਮਾਤਾਵਾਂ
ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਗੁਰੂ ਸਾਹਿਬ ਦੇ ਕੋਲ ਆ ਗਈਆਂ ਹਨ। ਛੁਬਤ ਹਿਰਦਾ ਅਸ਼ਰੂਨ ਬਹਾਈ। ਮਨ ਦੋਵਾਂ ਦਾ ਬਹੁਤ ਦੁਖੀ ਹੈ ਤੇ ਅੱਖਾਂ ਵਿੱਚੋਂ ਹੰਝੂ ਵਗਦੇ ਹਨ। ਬ੍ਰਿੰਦ ਮਸੰਦ ਬਿਲੰਦੈ ਆਏ। ਸਾਰੇ ਮਸੰਦ ਸਿੱਖ ਸੇਵਾਦਾਰ ਗੁਰੂ ਘਰ ਦੇ ਮੁਖੀਏ ਆ ਗਏ ਹਨ। ਸਿੱਖ ਸੰਗਤ ਇਕੱਠੀ ਸਮੁਦਾਏ। ਸਿੰਘ ਸੰਗਤਾਂ ਸਾਰੀਆਂ ਇਕੱਠੀਆਂ ਹੋ ਗਈਆਂ ਹਨ। ਸਭ ਸੋਂ ਉੱਚ ਉਚਾਰ ਸੁਨਾਇਓ। ਸਤਿਗੁਰੂ ਛੇਵੇਂ ਪਾਤਸ਼ਾਹ ਜਦੋਂ ਵੇਖ ਲਿਆ ਦੀਵਾਨ ਸਜ ਗਿਆ, ਆਲੇ ਦੁਆਲੇ ਸੰਗਤਾਂ ਬਹੁਤ ਆ ਗਈਆਂ, ਪਰਿਵਾਰ ਵੀ, ਬੱਚੇ ਵੀ, ਪੋਤਾ ਵੀ ਸਾਰੇ ਆ ਗਏ, ਤਾਂ ਛੇਵੇਂ ਪਾਤਸ਼ਾਹ ਮਹਾਰਾਜ ਬੋਲੇ, ਹਮ ਸੋ ਕਹੋ ਜਥਾ ਜਿਸ ਭਾਇਓ। ਭਾਈ ਸਾਧ ਸੰਗਤ ਜੀ, ਸਾਰਿਆਂ ਵਾਸਤੇ ਇਹ ਸਮਾਂ ਹੈ, ਜੋ ਵੀ ਕਿਸੇ ਦੇ ਮਨ 'ਚ ਕੋਈ ਗੱਲ ਹੈ, ਕੋਈ ਸਵਾਲ ਹੈ, ਕੋਈ ਪੁੱਛਣਾ ਹੈ, ਪੁੱਛ ਲਵੋ। ਹਮਰੀ ਤਿਆਰੀ ਹੈ ਪਰਲੋਕ। ਸਾਡੀ ਹੁਣ ਸੱਚਖੰਡ ਜਾਣ ਦੀ ਤਿਆਰੀ ਹੈ। ਅਸੀਂ ਹੁਣ ਇਹ ਝੋਲਾ ਛੱਡਾਂਗੇ, ਆਪਣੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਦੇ ਦੇਸ਼ ਜਾਵਾਂਗੇ। ਧਰੋ ਆਨੰਦ ਨਾ ਕੀਜਹਿ ਸ਼ੋਕ। ਮਨ ਵਿੱਚ ਰੋਣਾ ਨਹੀਂ ਕਿਸੇ ਨੇ, ਸੋਖ ਨਹੀਂ ਮਨਾਣਾ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮੇਰੇ ਪਿੱਛੋਂ ਕੋਈ ਰੋਵੇ ਨਾ। ਇਹ ਬਚਨ ਤੀਸਰੇ ਪਾਤਸ਼ਾਹ ਜੀ ਨੇ ਕਹੇ ਸਨ। ਉਹੀ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਹਰਾ ਰਹੇ ਨੇ। ਭਾਈ, ਸਾਡੇ ਜਾਣ ਤੇ ਕਿਸੇ ਨੇ ਬੈਰਾਗ ਨਹੀਂ ਕਰਨਾ, ਕਿਸੇ ਨੇ ਅੱਖਾਂ 'ਚੋਂ ਹੰਝੂ ਨਹੀਂ ਵਹਾਣੇ, ਭਾਣਾ ਮੰਨਣਾ ਹੈ। ਸੁਨਿਤ ਸਭਨ ਕੇ ਮਨ ਮੁਰਝਾਏ। ਜਦੋਂ ਇਹ ਬਚਨ ਕਹੇ ਮਹਾਰਾਜ ਨੇ ਵੀ ਸਾਡੀ ਤਿਆਰੀ ਹੈ, ਅਸੀਂ ਸੱਚਖੰਡ ਜਾ ਰਹੇ ਹਾਂ, ਗੁਰੂ ਕੇ ਸਿੱਖਾਂ ਦੇ ਮਨ ਮੁਰਝਾ ਗਏ। ਸਾਰਿਆਂ ਦੇ ਦਿਲ ਨੂੰ ਹੌਲ ਪਿਆ, ਜਿਵੇਂ ਕਿਸੇ ਨੇ ਕਾਲਜੇ ਦੇ ਵਿੱਚ ਦਾਤਰੀ ਫੇਰ ਦਿੱਤੀ ਹੁੰਦੀ ਹੈ। ਇੰਨੀ ਪੀੜ ਗੁਰੂ ਕੇ ਸਿੱਖਾਂ ਨੂੰ ਹੋਈ ਹੈ। ਸ਼ੀਘਰ ਬਿਲੋਚਨ ਜਲ ਭਰ ਆਏ। ਭਾਵੇਂ ਸਾਹਿਬ ਕਹਿ ਰਹੇ ਸਨ, ਭਾਈ ਰੋਣਾ ਨਹੀਂ, ਪਰ ਸਾਧ ਸੰਗਤ ਜੀ, ਕੋਈ ਵੀ ਅੱਖ ਇਹੋ ਜਿਹੀ ਨਾ ਰਹੀ ਜਿਨ੍ਹਾਂ ਦੇ ਵਿੱਚ ਜਲ ਨਾ ਛਾ ਗਿਆ ਹੋਵੇ। ਨੇਤਰ ਭਰ ਆਏ, ਸਾਰੇ ਬੈਰਾਗ ਦੀ ਮੂਰਤੀ ਬਣ ਗਏ। ਬਦਨ ਸਦਨ ਦੁਤ ਜਿਮ ਅਰਬਿੰਦ। ਸਤਿਗੁਰੂ ਛੇਵੇਂ ਪਾਤਸ਼ਾਹ ਦਾ ਚਿਹਰਾ ਇਉਂ ਖਿੜਿਆ ਹੋਇਆ ਸੀ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਸੂਰਜ ਦੇ ਚੜ੍ਹਨ ਵੇਲੇ। ਕਰੇ ਪ੍ਰੇਮ ਕੋ ਹੇਰਤ ਬ੍ਰਿੰਦ। ਤੇ ਮਹਾਰਾਜ ਆਪਣੀਆਂ ਸੰਗਤਾਂ ਵੱਲ, ਆਪਣੇ ਪਰਿਵਾਰ ਬੱਚਿਆਂ ਵੱਲ, ਆਪਣੇ ਸਿੱਖਾਂ ਗੁਰੂ ਕੇ ਮਸੰਦਾਂ ਵੱਲ ਪ੍ਰੇਮ ਦ੍ਰਿਸ਼ਟੀ ਨਾਲ ਸਾਰਿਆਂ ਵੱਲ ਦੇਖ ਰਹੇ ਹਨ। ਬੋਲਣ ਕੇ ਸਮਰੱਥ ਨਹਿ ਹੋਏ। ਮਹਾਰਾਜ ਸੱਚੇ ਪਾਤਸ਼ਾਹ ਵੇਖ ਰਹੇ ਵੀ ਸਾਰੀਆਂ ਸੰਗਤਾਂ ਸਾਡਾ ਬਚਨ ਸੁਣ ਕੇ ਕੁਮਲਾ ਗਈਆਂ ਹਨ। ਕਿਸੇ ਕੋਲ ਬੋਲਣ ਦੀ ਸਮਰੱਥਾ ਨਹੀਂ, ਗਲੇ ਭਰ ਗਏ ਹਨ, ਬੋਲਣਾ ਚਾਹੁੰਦੇ ਹਨ, ਪਰ ਰੋਣ ਕਰਕੇ, ਗਲਾ ਭਰਿਆ ਹੋਣ ਕਰਕੇ ਬੋਲ ਨਹੀਂ ਸਕਦੇ। ਇਕ ਟਕ ਗੁਰ ਸਰੂਪ ਕਹੋ ਜੋਏ। ਹਜ਼ਾਰਾਂ ਸੰਗਤਾਂ ਇੱਕ ਟੱਕ ਮਹਾਰਾਜ ਦੇ ਚਿਹਰੇ ਵੱਲ ਦੇਖ ਰਹੀਆਂ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਗਰੀਬ ਨਵਾਜ ਸਤਿਗੁਰਾਂ ਦੇ ਚਿਹਰੇ ਵੱਲ ਸੰਗਤਾਂ ਵੇਖੀ ਜਾਂਦੀਆਂ ਹਨ। ਤੇਰੇ ਹਜ਼ਾਰ ਹੋਂ ਤੂਸ਼ਨ ਤਹਾਰੇ। ਹਜ਼ਾਰਾਂ ਸੰਗਤਾਂ ਚੁੱਪ ਕਰਕੇ ਖੜੀਆਂ ਬੈਠੀਆਂ ਹਜੂਰ ਦਾ ਦਰਸ਼ਨ ਕਰ ਰਹੀਆਂ, ਕੋਈ ਬੋਲਦਾ ਨਹੀਂ ਹੈ। ਬਿਸਮਤ ਹਿਰਦੈ ਕਸ਼ਟ ਜਿਨ ਪਹਾਰੇ। ਮਨ ਵਿੱਚ ਬੜੀ ਹੈਰਾਨੀ ਹੈ, ਬੜਾ ਭਾਰੀ ਕਸ਼ਟ ਮਹਿਸੂਸ ਕਰ ਰਹੇ ਨੇ, ਸਿੱਖ ਦੁੱਖ ਮਹਿਸੂਸ ਕਰ ਰਹੇ ਨੇ ਵੀ ਸਾਡੇ ਗੁਰਦੇਵ ਸਾਨੂੰ ਵਿਛੋੜਾ ਦੇ ਚੱਲੇ ਹਨ। ਸਭ ਦਿਸ਼ ਦੇਖ ਬਹੁਰ ਗੁਰ ਕਹਿਓ। ਜਦੋਂ ਸਾਰਿਆਂ ਵੱਲ ਨਿਗਾਹ ਮਾਰੀ, ਕੋਈ ਕੁਸਕਿਆ ਨਾ, ਕੋਈ ਬੋਲਿਆ ਨਾ, ਤਾਂ ਸਾਰਿਆਂ ਵੱਲ ਵੇਖ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ, ਇਸ ਮਹਿ ਕਿਆ ਅਚਰਜ ਤੁਮ ਲਹਿਓ। ਇਹ ਭਾਈ ਸਿੱਖੋ, ਇਹਦੇ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਸਲਤਾ ਸਮਝਗ ਕੋ ਪਰਵਾਹ। ਇਹ ਜਿਹੜਾ ਸੰਸਾਰ ਦਾ ਪ੍ਰਵਾਹ ਹੈ, ਇਹ ਨਦੀ ਦੀ ਤਰ੍ਹਾਂ ਹੈ। ਪਿੱਛੋਂ ਪਾਣੀ ਆਈ ਜਾਂਦਾ, ਅੱਗੇ ਜਾਈ ਜਾਂਦਾ, ਦਰਿਆ ਵਗਦੇ ਹੀ ਚੰਗੇ ਲੱਗਦੇ ਹਨ। ਇਹ ਜ਼ਿੰਦਗੀ ਦਾ ਦਰਿਆ ਹੈ। ਲੱਖਾਂ ਕਰੋੜਾਂ ਜੀਵ ਇੱਥੇ ਆਉਂਦੇ ਨੇ, ਅਵਤਾਰ, ਰਿਸ਼ੀ ਮੁਨੀ, ਸਾਧੂ ਸੰਤ ਵੀ ਆਉਂਦੇ ਨੇ,
ਆਪਣੀ ਵਾਰੀ ਸਭ ਚਲੇ ਜਾਂਦੇ ਨੇ। ਥਿਰ ਹੈ ਨ ਕਉ ਸਭ ਚਲ ਜਾਹਾ। ਕੋਈ ਨਹੀਂ ਟਿਕਿਆ, ਕੋਈ ਨਹੀਂ ਸਦਾ ਰਿਹਾ, ਸਭ ਚਲੇ ਜਾਂਦੇ ਨੇ। ਜੇ ਅਨਹੋਤ ਹੋਤ ਕੋ ਹੇਰੋ। ਇਹ ਭਾਈ ਜੇ ਅਣਹੋਣੀ ਹੋਵੇ ਨਾ ਤਾਂ ਫਿਰ ਉਹਦੀ ਚਿੰਤਾ ਕਰੀਦੀ ਹੈ। ਉਚਿਤ ਸੋਚਬੋ ਲਖੋ ਬਡੇਰੋ। ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਹਾਰਾਜ ਕਹਿੰਦੇ ਭਾਈ ਜਿਹੜਾ ਕੋਈ ਕੰਮ ਨਾ ਹੋਣਾ ਹੋਵੇ ਤੇ ਹੋ ਜਾਵੇ ਉਹਦੀ ਤਾਂ ਚਿੰਤਾ ਕਰੀਦੀ ਹੈ, ਪਰ ਇਹ ਤਾਂ ਸਭ ਨੂੰ ਪਤਾ ਹੀ ਹੈ ਵੀ ਜੋ ਉਪਜੋ ਸੋ ਬਿਨਸ ਹੈ। ਜਿਹੜਾ ਇੱਥੇ ਆਇਆ ਉਹਨੇ ਜਾਣਾ ਹੀ ਜਾਣਾ ਹੈ। ਇਹੋ ਤੋ ਸਦਾ ਹੋਤ ਹੀ ਆਈ। ਇਹ ਤੇ ਭਾਈ ਹੁੰਦਾ ਹੀ ਆਇਆ, ਇਹਦਾ ਅਟਲ ਹੁਕਮ ਹੈ ਅਕਾਲ ਪੁਰਖ ਦਾ। ਉਹਦੇ ਹੁਕਮ ਦੇ ਵਿੱਚ ਸਾਡਾ ਅਵਤਾਰ ਹੋਇਆ। ਜਿਹੜੇ ਕਾਰਜ ਅਸੀਂ ਕਰਨੇ ਸੀ ਉਹ ਕੀਤੇ ਹੈ। ਹੁਣ ਅਸੀਂ ਸੰਸਾਰ ਤੋਂ ਪਰਦਾ ਕਰਨਾ ਹੈ, ਆਪਣੇ ਪ੍ਰੀਤਮ ਦੇ ਦੇਸ਼ ਜਾਣਾ ਹੈ। ਕਰੋ ਵਿਚਾਰਨ ਥਿਰ ਕਹਿ ਪਾਈ। ਆ ਭਾਈ ਕਿਸੇ ਸਿਆਣੇ ਕੋਲ ਬਹਿ ਕੇ ਵਿਚਾਰ ਕਰੋ ਵੀ ਇਹ ਸੰਸਾਰ ਦੇ ਵਿੱਚ ਕੋਈ ਰਿਹਾ ਹੈ? ਕੋਈ ਵੀ ਨਹੀਂ ਰਿਹਾ। ਮਹਾ ਸਮਰੱਥ ਬੁੱਧ ਬਲ ਕੇਰੇ। ਬੜੇ ਬੜੇ ਸਿਆਣੇ ਬੁੱਧੀਮਾਨ, ਬੜੇ ਬੜੇ ਵਿਦਵਾਨ, ਫਿਲਾਸਫਰ, ਡਾਕਟਰ, ਇੰਜੀਨੀਅਰ, ਬੜੇ ਬੜੇ ਕਾਰੀਗਰ ਇਸ ਦੁਨੀਆ ਤੇ ਹੋਏ ਹਨ। ਥਿਰਿਓ ਨ ਜਗ ਕੋ ਭਏ ਕਨੇਰੇ। ਰਾਜੇ ਮਹਾਰਾਜੇ ਸਭ ਚਲੇ ਗਏ, ਕੋਈ ਨਾ ਰਹਿ ਹੈ ਰਾਜਾ ਰਾਣਾ। ਕੋਈ ਨਹੀਂ ਰਿਹਾ ਇਸ ਸੰਸਾਰ ਦੇ ਵਿੱਚ। ਜਾਂ ਤੇ ਕਹੋ ਸੋ ਨਿਜ ਨਿਜ ਕਾਂਖਾ। ਇਸ ਕਰਕੇ ਭਾਈ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਜੋ ਜੋ ਵੀ ਤੁਹਾਡੇ ਮਨ ਦੀ ਕਾਂਖਸ਼ਾ ਇੱਛਾ ਹੈ ਉਹ ਕਹੋ। ਅੰਤ ਸਮਾ ਹਮ ਆਪਣੋ ਭਾਖਾ। ਅਸੀਂ ਆਪਣਾ ਅੰਤ ਸਮਾਂ ਤੁਹਾਨੂੰ ਦੱਸ ਦਿੱਤਾ। ਇਸ ਤਰ੍ਹਾਂ ਮਹਾਰਾਜ ਜਦੋਂ ਬਚਨ ਕਹਿ ਰਹੇ ਨੇ ਤਾਂ ਸਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥ ਜੋੜ ਕੇ ਕੁਝ ਸਵਾਲ ਪੁੱਛੇ ਹਨ। ਉਹ ਆਪਾਂ ਕੱਲ੍ਹ ਨੂੰ ਕਥਾ ਸਰਵਣ ਕਰਾਂਗੇ। ਕੀ ਸਵਾਲ ਸਨ ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਕੀ ਉੱਤਰ ਦਿੱਤਾ ਸੀ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ।